You are listening to the online streaming service from Emmanuel Church, Handsworth, Birmingham, UK. ਅਸੀਂ ਦੇਖਾਂਗੇ ਨਹੀਂ, ਪਰ ਪ੍ਰਭੂ ਦੇ ਵਚਨ ਜਿਹੜੇ ਅਸੀਂ ਦੇਖਦੇ ਹਾਂ ਉਪਦੇਸ਼ਕ ਦੀ ਪੋਥੀ ਉਹਦਾ ਤੀਸਰੇ ਅਧਿਆਇ ਦੇ ਵਿੱਚ ਉੱਥੇ ਲਿਖਿਆ ਹੈ ਕਿ ਹਰ ਇੱਕ ਗੱਲ ਦਾ ਸਮਾਂ ਪਰਮੇਸ਼ਰ ਨੇ ਠਹਿਰਾਇਆ ਹੋਇਆ। ਔਰ ਜੇ ਅਸੀਂ ਦੇਖੀਏ ਕਿ ਜੋ ਸਾਲ ਬੀਤਿਆ, ਕਿਸ ਤਰ੍ਹਾਂ ਪ੍ਰਭੂ ਨੇ ਸਾਨੂੰ ਸਮਾਂ ਦਿੱਤਾ ਕਿ ਅਸੀਂ ਜੋ ਗੌਰਮੈਂਟ ਦੀ ਹਦਾਇਤਾਂ ਉਹਦੇ ਮੁਤਾਬਕ ਅੰਦਰ ਬੈਠ ਕੇ ਜਿਸ ਤਰ੍ਹਾਂ ਦੀ ਇੰਤਜ਼ਾਮ ਪਰਮੇਸ਼ਰ ਨੇ ਕੀਤਾ, ਬੜੀ ਬਰਕਤ ਸਾਨੂੰ ਮਿਲੀ ਆ। ਪਰ ਹੁਣ ਇਹ ਸਮਾਂ ਜੇ ਆ ਗਿਆ ਕਿ ਅਸੀਂ ਆਪਣੇ ਜਿਹੜੇ ਖਾਸ ਕਰਕੇ ਐਤਵਾਰ ਜਿਹੜਾ ਦਿਨ ਆ ਉਹ ਆਪਣੇ ਘਰਾਂ ਦੀ ਬਜਾਏ ਅਸੀਂ ਮੰਡਲੀ ਦੇ ਵਿੱਚ ਜਾ ਕੇ ਪ੍ਰਭੂ ਦੀ ਉਪਾਸਨਾ ਕਰਨੀ, ਉੱਥੇ ਰਲ ਕੇ ਬੈਠਣਾ, ਉੱਥੇ ਜੋ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਸਵਾਗਤ ਕੀਤਾ ਜਾਂਦਾ ਆ ਇੱਕ ਦੂਸਰੇ ਦਾ। ਸੋ ਇਹ ਸਮਾਂ ਸਾਡੇ ਵਾਸਤੇ ਆ ਗਿਆ ਕਿ ਹੁਣ ਅਸੀਂ ਮੰਡਲੀ ਵਿੱਚ ਜਾ ਕੇ ਜੋ ਦਿਨ ਠਹਿਰਾਇਆ ਹੈ ਪ੍ਰਭੂ ਨੇ ਉਹਦੇ ਵਾਸਤੇ। ਸੋ ਤੁਸੀਂ ਇਹ ਦੇਖਣਾ ਕਿ ਹੁਣ ਸਮਾਂ ਸਾਨੂੰ ਕੀ ਪ੍ਰਭੂ ਕਿੱਧਰ ਨੂੰ ਲੈ ਕੇ ਜਾ ਰਿਹਾ। ਸੋ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਅਸੀਂ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਵੀ ਆਨਲਾਈਨ ਸਰਵਿਸ ਵਿੱਚ ਸ਼ਾਮਲ ਹੋ ਰਹੇ ਆ, ਜਾਂ ਕੋਈ ਬਾਹਰਲੇ ਮੁਲਕ ਦੇ ਵਿੱਚੋਂ ਜਾਂ ਤਾਂ ਕੋਈ ਜ਼ਿਆਦਾ ਦੂਰ ਤੋਂ, ਅਤੇ ਉਹਨਾਂ ਦਾ ਅਸੀਂ ਜੀ ਆਇਆਂ ਆਖਦੇ ਹਾਂ। ਔਰ ਪ੍ਰਭੂ ਸਾਨੂੰ ਸਾਰਿਆਂ ਨੂੰ ਰਲ ਕੇ ਬਰਕਤ ਦੇਵੇ। ਅਸੀਂ ਪਹਿਲਾ ਜਿਹੜਾ ਗੀਤ ਆ ਸਕਰੀਨ 'ਤੇ ਆਉਂਦਾ ਹੁੰਦਾ ਜਿਸ ਤਰ੍ਹਾਂ ਉਹ ਰਲ ਕੇ ਅਸੀਂ ਸਾਰੇ ਪ੍ਰਭੂ ਦੀ ਮਹਿਮਤ ਦੇ ਵਾਸਤੇ ਤੂੰ ਆਖ ਮੇਰੀ ਜੰਮ ਪਾਰ ਖੁਦਾ ਹੈ ਤੇ ਉਸ ਦਾ ਨਾਮ ਹੀ ਪਵਿੱਤ ਸਦਾ ਹੈ। ਤੂੰ ਆਖ ਮੇਰੀ ਜਾਨ ਕਦੀ ਵੀ ਨਾ ਭੁੱਲ ਬਖਸ਼ ਚਾਹੋ ਦਿਆ। ਤੂੰ ਕਹਿ ਮੇਰੀ ਬ੍ਰਹਮ ਬਾਰ ਖੁਦਾ ਹੈ। ਤੂੰ ਆ ਮੇਰੀ ਜਾਨ ਤੇਰੇ ਸਾਰੇ ਪਾਪਾਂ ਉਹ ਹੈ ਮਿਟਾਉਂਦਾ, ਤੈਨੂੰ ਸਾਰੇ ਰੋਗਾਂ ਤੋਂ ਦੇ ਬਖਸ਼ਦਾ ਹੈ। ਤੂੰ ਆ ਮੇਰੀ ਜਾਨ ਤੇਰੀ ਜਾਨ ਨੂੰ ਮੌਤ ਤੋਂ ਬਚਾਉਂਦਾ, ਤੈਨੂੰ ਤਾਜ ਰਹਿਮਤ ਦਾ ਕਰਦਾ ਹੈ। ਤੂੰ ਆ ਮੇਰੀ ਜਾਨ ਤੈਨੂੰ ਚੰਗੀਆਂ ਚੀਜ਼ਾਂ ਨਾਲ ਉਹ ਹੈ ਰਜਾਉਂਦਾ, ਮੇਰੀ ਉਮਰ ਨੂੰ ਉਹ ਖੁਸ਼ੀ ਬਖਸ਼ਦਾ ਹੈ। ਤੂੰ ਆ ਮੇਰੀ ਜਾਨ ਤੂੰ ਕਾਮਾਂ ਦੇ ਵਾਂਗ ਤੈਨੂੰ ਦੁਰ ਦੇ ਉਹ ਤੇਰੀ ਜਵਾਨੀ ਨੂੰ ਕਰਦਾ ਨਵਾਂ ਹੈ। ਤੂੰ ਆ ਮੇਰੀ ਜਾਨ ਆ ਸਭ ਦੁਨੀਆਂ ਕੰਗਾਲਾਂ ਦੇ ਲਈ ਆਪ ਨਿਆਂ ਨਾਲ ਸੱਚਾਈ ਕਰਦਾ ਖੁਦਾ ਹੈ। ਤੂੰ ਆ ਮੇਰੀ ਜਾਨ ਦਿਖਾਇਆ ਹੈ ਰਾਹ ਆਪਣਾ ਮੂਸਾ ਨੂੰ ਉਸਨੇ, ਬਣੀ ਇਜ਼ਰਾਇਲੀਆਂ ਦਾ ਉਹ ਰਹਿਨੁਮਾ ਹੈ। ਤੂੰ ਆ ਮੇਰੀ ਜਾਨ ਬਾਰ ਖੁਦਾ ਹੈ ਤੇ ਉਸ ਦਾ ਨਾਮ ਵੀ ਪਵਿੱਤ ਸਦਾ ਹੈ। ਤੂੰ ਆ ਮੇਰੀ ਜਾਨ। ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਤੁਸੀਂ ਕਿਸੇ ਸਮੇਂ ਦੀ ਬੰਦਿਸ਼ ਵਿੱਚ ਨਹੀਂ, ਤੁਸੀਂ ਹਮੇਸ਼ਾ ਹਮੇਸ਼ਾ ਰਾਜ ਕਰਨ ਵਾਲੇ ਸਿੰਘਾਸਨ 'ਤੇ ਬਿਰਾਜਮਾਨ ਪਰਮੇਸ਼ਰ ਆ, ਔਰ ਜੋ ਆਪਣੇ ਲੋਕਾਂ ਦੀ ਦੇਖਭਾਲ ਕਰਦੇ ਹੋ ਜੀ। ਸੱਚਮੁੱਚ ਜੋ ਬੀਤੇ ਸਮੇਂ ਵਿੱਚ ਕਿਸ ਤਰ੍ਹਾਂ ਤੁਸੀਂ
ਸਾਨੂੰ ਆਤਮਿਕ ਭੋਜਨ ਦਿੱਤਾ, ਔਰ ਹੁਣ ਵੀ ਅੱਜ ਦਾ ਜੋ ਸਮਾਂ ਤੁਸੀਂ ਦਿੱਤਾ ਆ, ਸਾਨੂੰ ਆਪਣੇ ਲੋਕ ਸਮਝ ਕੇ ਸਾਨੂੰ ਮਾਫ ਕਰਕੇ ਪਾਪਾਂ ਗੁਨਾਹਾਂ ਤੋਂ ਪ੍ਰਭੂ ਜੀ ਇਸ ਮੌਕੇ ਆਪਣੇ ਵਚਨਾਂ ਵਿੱਚ ਔਰ ਸਮੇਂ ਵਿੱਚ ਸਾਨੂੰ ਹੁਣ ਤੁਸੀਂ ਸ਼ਾਮਲ ਕੀਤਾ। ਔਰ ਪ੍ਰਭੂ ਜੀ ਇਹ ਮੰਗਦੇ ਹਾਂ ਕਿ ਜੋ ਵੀ ਅੱਜ ਦਾ ਇੰਤਜ਼ਾਮ ਹੈ ਪ੍ਰਭੂ ਜੀ, ਦਿਲੋਂ ਸ਼ੁਕਰਗੁਜ਼ਾਰੀ ਕਰਦੇ ਹੋਏ ਤੁਹਾਡੇ ਹਜ਼ੂਰ ਆਈਏ, ਔਰ ਪ੍ਰਭੂ ਜੀ ਤੁਹਾਡੀ ਜੋ ਬਰਕਤਾਂ ਦਾ ਧੰਨਵਾਦ ਅਸੀਂ ਕਰਨ ਵਾਲੇ ਹੋਈਏ। ਜੋ ਇਸ ਵੇਲੇ ਸਮਾਂ ਚੱਲ ਰਿਹਾ ਬਾਕੀ ਦੁਨੀਆ ਦੇ ਵਿੱਚ ਪ੍ਰਭੂ ਜੀ, ਤੁਸੀਂ ਹਰ ਇੱਕ ਗੱਲ ਨੂੰ ਜਾਣਦੇ ਆ। ਜੋ ਮੁਲਕਾਂ ਦੇ ਵਿੱਚ ਟੀਕੇ ਵੀ ਲੱਗ ਰਹੇ ਆ ਕੋਵਿਡ-19 ਦੇ, ਇਹ ਤੁਹਾਡੇ ਵੱਲੋਂ ਇੰਤਜ਼ਾਮ ਆ, ਇਹਦਾ ਸ਼ੁਕਰਗੁਜ਼ਾਰ ਹਾਂ ਅਸੀਂ ਸਾਰੇ। ਔਰ ਜੋ ਸਾਡੇ ਭੈਣ ਭਾਈ ਠੀਕ ਹੋਏ ਆ, ਕੋਵਿਡ ਤੋਂ ਰਿਕਵਰਡ ਹੋ ਗਏ ਆ, ਉਹਨਾਂ ਦਾ ਵੀ ਸ਼ੁਕਰ ਕਰਦੇ ਹਾਂ ਉਹਨਾਂ ਵਾਸਤੇ। ਔਰ ਭੈਣ ਬਲਬੀਰ ਜੋ ਇਸ ਵੇਲੇ ਕਾਫੀ ਅੱਗੇ ਨੂੰ ਠੀਕ ਆ, ਵੈਂਟੀਲੇਟਰ ਤੋਂ ਵੀ ਨੋਰਮਲ ਵਾਰਡ 'ਤੇ ਚਲ ਗਈ ਆ, ਪਰ ਜੇ ਅਸੀਂ ਉਹਦੇ ਵਾਸਤੇ ਪ੍ਰਾਰਥਨਾ ਕਿ ਆਪਣੇ ਘਰ ਦੇ ਵਿੱਚ ਵਾਪਸ ਠੀਕ ਸਿਹਤ ਪਾ ਕੇ ਜਾਵੇ। ਉਹ ਤੁਹਾਡੀ ਗਵਾਹੀ ਦੇ ਤੌਰ 'ਤੇ ਆਪਣੇ ਪਰਿਵਾਰ ਨੂੰ ਪਰ ਜੀ ਜੋ ਵੀ ਤੁਹਾਡਾ ਕੰਮ ਹੋਇਆ, ਜੋ ਬਾਕੀ ਹੈ ਉਹਨਾਂ ਦਾ ਮੁਕਤੀ ਦਾ ਕੰਮ ਸ਼ੁਰੂ ਹੈ, ਉਸ ਪਰਿਵਾਰ ਚੱਲਦਾ ਰਹੇ। ਲੂਬੀਮੇਰ ਜੋ ਨੈਲੀ ਦਾ ਹਸਬੈਂਡ ਆ ਬਲਗੇਰੀਆ ਦੇ ਵਿੱਚ, ਉਹਦੇ ਵਾਸਤੇ ਜੋ ਰਿਕਵਰ ਹੋ ਰਿਹਾ, ਔਰ ਖਾਸ ਕਰ ਉਸ ਪਰਿਵਾਰ ਨੂੰ ਪਰ ਜੀ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ ਜਿਨ੍ਹਾਂ ਨੇ ਤੁਹਾਡੇ ਸੇਵਾ ਕਰਨ ਦਾ ਮਨ ਬਣਾਇਆ ਹੋਇਆ। ਤੁਸੀਂ ਉਹਨਾਂ ਨੂੰ ਸੰਭਾਲਣਾ ਔਰ ਤੁਹਾਡੇ ਮਕਸਦ ਉਸ ਪਰਿਵਾਰ 'ਚ ਪੂਰੇ ਹੋਣ। ਭੈਣ ਗੀਤਾ ਦਾ ਭਰਾ ਮਾਈਕਲ, ਉਹਨਾਂ ਦੀ ਸਿਸਟਰ ਲਲਿਤਾ, ਜੋ ਉਹਨਾਂ ਦੀਆਂ ਸਿਹਤਾਂ ਇਸ ਵੇਲੇ ਜਿੱਥੋਂ ਦੇ ਵੀ ਲੰਘ ਰਿਹਾ, ਤੁਸੀਂ ਭਾਜੀ ਉਹਨਾਂ ਨੂੰ ਜਾਣਦੇ ਆ ਔਰ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ। ਸੋ ਜੋ ਬਾਕੀ ਦਾ ਸਮਾਂ ਆ, ਜੋ ਮੰਡਲੀਆਂ ਆ ਭਾਜੀ, ਉਹ ਆਸਾ ਆਸਾ ਫੇਰ ਪਹਿਲਾਂ ਵਾਂਗੂ ਭਾਜੀ ਰਲ ਕੇ ਮੰਡਲੀਆਂ ਬਿਲਡਿੰਗਾਂ ਦੇ ਵਿੱਚ ਇਕੱਠੀਆਂ ਹੋਣ, ਔਰ ਤੁਹਾਡੀ ਹਮਦੋ ਤਾਰੀਫ ਭਾਜੀ ਫੇਰ ਦੁਬਾਰਾ ਪਹਿਲਾਂ ਵਾਂਗੂ ਹੋ ਸਕੇ। ਔਰ ਯਾਦ ਰੱਖੀਏ ਕਿ ਸੱਚਮੁੱਚ ਤੁਸੀਂ ਹਰ ਇੱਕ ਸਮੇਂ ਦੇ ਪਰਮੇਸ਼ਰ ਆ। ਇਹ ਮੰਗਦੇ ਆ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹੁਣ ਜੋ ਇਸ ਹਫਤੇ ਦੇ ਐਲਾਨ ਆ, ਉਹ ਤੁਸੀਂ ਥੋੜ੍ਹਾ ਜਿਹਾ ਖਿਆਲ ਨਾਲ ਸੁਣਨਾ, ਕਿਉਂਕਿ ਕਾਫੀ ਚੇਂਜਸ ਵੀ ਆ ਰਹੀਆਂ ਆ। ਅੱਜ ਸ਼ਾਮ ਨੂੰ ਅਸੀਂ ਇੱਥੇ ਇਕੱਠੇ ਹੋਵਾਂਗੇ 5 ਵਜੇ ਚਰਚ ਬਿਲਡਿੰਗ ਦੇ ਵਿੱਚ, ਜਿਸ ਤਰ੍ਹਾਂ ਕਈ ਹਫ਼ਤਿਆਂ ਤੋਂ ਸ਼ੁਰੂ ਕੀਤਾ ਹੋਇਆ। ਜੋ ਮਾਸਕ ਆ ਉਹ ਵੀ ਪਾਉਣੀ ਪੈਂਦੀ ਆ, ਡਿਸਟੈਂਸ ਜੋ ਕੋਵਿਡ ਨੂੰ ਰੂਲਸ ਆ ਉਹ ਰੱਖਣੇ ਪੈਂਦੇ ਆ। ਸੋ ਜਿਹੜੇ ਵੀ ਆ ਸਕਦੇ ਆ, ਹੁਣ ਅਸੀਂ ਆਓ ਇਹ 'ਚ ਸ਼ਾਮਲ ਹੋ 5 ਵਜੇ ਅੱਜ ਸ਼ਾਮ ਨੂੰ, ਕਿਉਂਕਿ ਜਿਹੜੀ ਨੈਕਸਟ ਵੀਕ ਆ, ਜਿਹੜੀ ਜ਼ੂਮ ਦੇ ਉੱਤੇ ਇਹ ਰਿਲੇ ਕੀਤੀ ਜਾਂਦੀ ਆ, ਉਹ ਨਹੀਂ ਹੋਊਗੀ। ਸੋ ਅੱਛੀ ਗੱਲ ਹੈ ਜੇ ਹੁਣ ਅਸੀਂ ਆਉਣਾ ਸ਼ੁਰੂ ਕਰ ਦਈਏ। ਮੰਗਲਵਾਰ ਨੂੰ 7 ਵਜੇ ਜੋ ਪ੍ਰਾਰਥਨਾ ਦੀ ਮੀਟਿੰਗ ਹੁੰਦੀ ਪੰਜਾਬੀ ਭੈਣਾਂ ਭਾਈਆਂ ਦੇ ਵਾਸਤੇ ਜ਼ੂਮ 'ਤੇ। ਬੁੱਧਵਾਰ ਨੂੰ 7 ਵਜੇ ਜੋ ਇੰਗਲਿਸ਼ ਭੈਣ ਭਾਈ ਸਪੀਕਰ ਉਹਨਾਂ ਦੇ ਵਾਸਤੇ, ਔਰ ਅਗਲੇ ਐਤਵਾਰ 11 ਵਜੇ ਔਨਲਾਈਨ ਸਰਵਿਸ ਹਾਲੇ ਇਸੇ ਤਰ੍ਹਾਂ ਹੋਊਗੀ। ਜੋ ਹੈਗਾ ਆ ਇਹ ਵੀ ਟਾਈਮ ਪਾ ਕੇ ਦੇਖਿਆ ਜਾਊਗਾ। ਅਤੇ ਸ਼ਨੀਚਰਵਾਰ ਨੂੰ ਜੋ 11 ਵਜੇ ਸੰਡੇ ਸਕੂਲ ਹੁੰਦਾ ਬੱਚਿਆਂ ਦਾ, ਉਹ ਮਾਪਿਆਂ ਨੂੰ ਜਿੱਦਾਂ ਕਹਿੰਦੇ ਆਏ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਹ 'ਚ ਤਿਆਰ ਕਰਕੇ ਉਹ 'ਚ ਸ਼ਾਮਲ ਕਰੋ। 5 ਵਜੇ ਫਿਰ ਅਗਲੇ ਐਤਵਾਰ ਜਿਸ ਤਰ੍ਹਾਂ ਕਿਹਾ ਕਿ ਅਸੀਂ ਮੀਟਿੰਗ ਜਿਹੜੀ ਚਰਚ ਦੇ ਵਿੱਚ ਕਰਾਂਗੇ। ਜੋ ਕੁਝ ਖਾਸ ਨੋਟਿਸ ਹੈਗੇ ਆ ਮੰਡਲੀ ਦੇ ਨਾਤੇ, ਹੁਣ ਜੋ ਸਮਾਂ ਇਹ ਹੈਗਾ ਆ, ਜਿੱਦਾਂ ਗੌਰਮੈਂਟ ਨੇ ਐਲਾਨ ਕੀਤਾ ਆ, ਔਰ ਕੋਈ ਦਾ ਸ਼ੁਕਰ ਕਰਦੇ ਕਿ ਅੱਗੇ ਨੂੰ ਹਾਲਾਤ ਕਾਫੀ ਅੱਛੇ ਹੋ ਗਏ ਆ। ਸੋ ਆਸਤਾ ਆਸਤਾ 'ਚ ਨਿਕਲਣ ਵਾਸਤੇ ਜੋ ਹੁਣ ਇਹ ਪਲਾਨ ਜਾਂ ਰੋਡ ਮੈਪ ਤਿਆਰ ਕੀਤਾ, ਉਹਦੇ ਮੁਤਾਬਕ ਅਸੀਂ ਅੱਗੇ ਵਧਣਾ ਆ, ਕਿਉਂਕਿ ਕਾਫੀ ਲੋਕਾਂ ਨੂੰ ਟੀਕੇ ਵੀ ਲੱਗ ਚੁੱਕੇ ਆ, ਕਈਆਂ ਦੇ ਦੂਸਰਾ ਵੀ ਟੀਕਾ ਲੱਗ ਚੁੱਕਾ ਆ। ਸੋ ਅਸੀਂ ਇਹਦੇ ਵਿੱਚੋਂ ਬਾਹਰ ਆਉਣਾ ਆ। ਔਰ ਜੋ ਜਿਹੜਾ ਸੰਡੇ ਹੈਗਾ ਆ 18 ਅਪ੍ਰੈਲ ਅਗਲੇ ਹਫਤੇ, ਜਿਸ ਤਰ੍ਹਾਂ ਕਿ ਜਿਹੜੀ ਜ਼ੂਮ ਦੀ ਮੀਟਿੰਗ ਆ ਉਹ ਸ਼ਾਮ ਦੀ ਜਿਹੜੇ ਉਹ 'ਚ ਸ਼ਾਮਲ ਹੁੰਦੇ ਦੇ, ਉਹ ਮਿਹਰਬਾਨੀ ਕਰਕੇ ਆਉਣ, ਕਿਉਂਕਿ ਉਹ ਸ਼ਾਮ ਦੀ ਮੀਟਿੰਗ ਬਿਲਡਿੰਗ ਦੇ ਵਿੱਚ ਹੀ ਸਿਰਫ ਹੋਊਗੀ। ਜਿਹੜੀ 17 ਮਈ ਆ ਉਹ ਔਨਲਾਈਨ ਸਰਵਿਸ ਇਸ ਤਰ੍ਹਾਂ ਅਸੀਂ ਕਰਦੇ ਹਾਂ 11 ਵਜੇ, ਉਹ ਬੰਦ ਕੀਤੀ ਜਾਊਗੀ, ਕਿਉਂਕਿ ਜਿਹੜੀ ਅਸਲੀ ਜਿਹੜਾ ਚਰਚ ਆ ਪ੍ਰਭੂ ਦੀ ਉਪਾਸਨਾ ਆ, ਜੇ ਅਸੀਂ ਆ ਸਕਦੇ ਹਾਂ ਤਾਂ ਚੰਗੀ ਗੱਲ, ਅਸੀਂ ਬਿਲਡਿੰਗ ਦੇ ਵਿੱਚ ਸ਼ੁਰੂ ਹੋਈਏ। 21 ਜੂਨ ਜਿਸ ਤਰ੍ਹਾਂ ਸਾਨੂੰ ਪਤਾ ਕਿ ਗੌਰਮੈਂਟ ਨੇ ਐਲਾਨ ਕੀਤਾ ਕਿ
ਉਮੀਦ ਕਰਦੇ ਆ ਜੇ ਸਾਰਾ ਕੁਝ ਠੀਕ ਚੱਲਿਆ ਤੇ 21 ਜੂਨ ਤੱਕ ਉਮੀਦ ਕਰਦੇ ਕਿ ਪਹਿਲਾਂ ਵਾਂਗੂ ਸਾਰਾ ਕੁਝ ਆਸਤਾ ਆਸਤਾ ਜੋ ਹੈ ਉਹ ਹੋ ਜਾਊਗਾ। ਪਰ ਜੋ ਡਿਸਟੈਂਸ ਆ, ਮਾਸਕ ਲਾਉਣ ਦੀ ਗੱਲ ਆ, ਉਹ ਸਾਰਾ ਕੁਝ ਸਾਨੂੰ ਬਣਾ ਕੇ ਰੱਖਣਾ ਪਊਗਾ। ਜੋ ਮੀਟਿੰਗਾਂ ਦੀ ਡਿਟੇਲ ਆ ਵੈਬਸਾਈਟ 'ਤੇ ਤੁਸੀਂ ਜਾ ਕੇ ਹਮੇਸ਼ਾ ਚੈੱਕ ਕਰ ਸਕਦੇ ਆ ਕੀ ਹੋ ਰਿਹਾ ਆ। ਜਿਹੜੇ ਸਾਡੇ ਨਾਲ ਜੁੜੇ ਰਹੇ ਆ YouTube 'ਤੇ, ਉਹਨਾਂ ਨੇ ਸਬਸਕ੍ਰਾਈਬ ਵੀ ਕੀਤਾ ਹੋਇਆ ਅਤੇ ਉਹ ਲਗਾਤਾਰ ਰੈਗੂਲਰ ਵਾਚ ਕਰਦੇ ਰਹੇ ਆ। ਉਹਨਾਂ ਦੇ ਵਾਸਤੇ ਜੋ ਕੋਈ ਦੂਰ ਬਹੁਤ ਜ਼ਿਆਦਾ ਆ, ਜਿਹੜੇ ਮੰਡਲੀ 'ਚ ਨਹੀਂ ਆ ਸਕਦੇ, ਉਹਨਾਂ ਦੇ ਵਾਸਤੇ ਜਿਹੜਾ ਸਰਮਨ ਆ ਉਹ ਆਡੀਓ ਜਿਹੜੀ ਆਵਾਜ਼ ਉਹ ਰਿਕਾਰਡ ਕਰਕੇ ਕੀਤਾ ਜਾਊਗਾ। ਪਰ ਜਿਹੜੀ ਵੀਡੀਓ ਹੁੰਦਾ ਉਹਦਾ ਨਹੀਂ ਇੰਤਜ਼ਾਮ ਹੋਊਗਾ। ਔਰ ਇਹ ਦਰਖਾਸਤ ਕੀਤੀ ਜਾਂਦੀ ਹੈ ਕਿ ਐਤਵਾਰ ਨੂੰ ਖਾਸ ਕਰਕੇ ਅਸੀਂ ਇਹ ਨਾ ਆਦਤ ਬਣੇ ਕਿ ਅਸੀਂ ਕੰਪਿਊਟਰ 'ਤੇ ਹੀ ਅਟੈਂਡ ਕਰਨਾ ਆ। ਸੋ ਇਹ ਤੁਸੀਂ ਜਿਹੜੀਆਂ ਡੇਟਾ ਆ ਵੈਬਸਾਈਟ 'ਤੇ ਵੀ ਦੇਖ ਸਕਦੇ ਆ। ਅੱਜ ਪ੍ਰਭੂ ਦਾ ਵਚਨ ਅਸੀਂ ਪੜ੍ਹਨਾ ਆ ਰਾਜਿਆਂ ਦੀ ਦੂਸਰੀ ਪੱਤਰੀ, ਉਹਦਾ 6 ਅਧਿਆਏ 8 ਤੋਂ 17। ਰਾਜਿਆਂ ਦੀ ਪੱਤਰੀ ਉਹਦਾ ਦੂਸਰਾ ਅਧਿਆਏ 6 ਅਧਿਆਏ 8 ਤੋਂ 17। ਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ, ਸੋ ਉਹਨੇ ਆਪਣੇ ਚਾਕਰਾਂ ਨਾਲ ਮਤਾ ਪਕਾਇਆ ਅਤੇ ਆਖਿਆ ਬਈ ਫਲਾਨੀ ਥਾਂ 'ਤੇ ਮੇਰਾ ਡੇਰਾ ਲੱਗੇਗਾ। ਸੋ ਪਰਮੇਸ਼ਰ ਦੇ ਜਨ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਅਖਵਾ ਘੱਲਿਆ ਬਈ ਖਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂ ਜੋ ਉਧਰ ਆਰਾਮੀ ਆ ਰਹੇ ਹਨ। ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਂ ਨੂੰ ਜਿਹਦੇ ਲਈ ਪਰਮੇਸ਼ਰ ਦੇ ਜਨ ਨੇ ਆਖਿਆ ਉਸ ਨੂੰ ਚਿਤਾਰਿਆ ਸੀ, ਆਦਮੀ ਇਕੱਲੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ। ਤਦ ਇਸ ਗੱਲ ਦੇ ਕਾਰਨ ਆਰਾਮ ਦੇ ਰਾਜਾ ਦਾ ਜੀ ਘਬਰਾ ਗਿਆ ਅਤੇ ਉਹਨੇ ਆਪਣੇ ਚਾਕਰਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਕੌਣ ਸਾਡੇ ਵਿੱਚੋਂ ਆਦਮੀ ਇਸਰਾਏਲ ਦੇ ਪਾਤਸ਼ਾਹ ਵੱਲ ਹੈ। ਤਦ ਉੱਥੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, ਹੇ ਸੁਆਮੀ ਤੇ ਪਾਤਸ਼ਾਹ, ਕੋਈ ਨਹੀਂ ਪਰ ਅਲੀਸ਼ਾ ਜੋ ਨਬੀ ਇਸਰਾਏਲ ਵਿੱਚ ਹੈ, ਤੇਰੀਆਂ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ। ਤਾਂ ਉਹ ਬੋਲਿਆ, ਜਾ ਕੇ ਵੇਖੋ ਕਿੱਥੇ ਹੈ, ਵੀ ਮੈਂ ਉਹਨੂੰ ਫੜ ਕੇ ਲੈ ਆਵਾਂ। ਫਿਰ ਉਸ ਨੂੰ ਦੱਸਿਆ ਗਿਆ ਬਈ ਵੇਖੋ ਉਹ ਦਥਾਨ ਵਿੱਚ ਹੈ। ਸੋ ਉਸਨੇ ਘੋੜਿਆਂ, ਰੱਥਾਂ ਅਤੇ ਤਕੜੀ ਫੌਜ ਨੂੰ ਉੱਧਰ ਘੱਲਿਆ। ਉਹਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ। ਜਦ ਪਰਮੇਸ਼ਰ ਦੇ ਜਨ ਦਾ ਟਹਿਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਵੀ ਇੱਕ ਫੌਜ ਨੇ ਘੋੜਿਆਂ ਅਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ? ਉਸਨੇ ਆਖਿਆ, ਨਾ ਡਰ, ਕਿਉਂ ਜੋ ਸਾਡੇ ਨਾਲ ਦੇ ਉਹਨਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ। ਤਦ ਅਲੀਸ਼ਾ ਨੇ ਬੇਨਤੀ ਕੀਤੀ ਅਤੇ ਆਖਿਆ, ਹੇ ਯਹੋਵਾ, ਤੂੰ ਉਹਦੀਆਂ ਅੱਖਾਂ ਖੋਲ੍ਹ ਵੀ ਉਹ ਵੇਖੇ। ਅਤੇ ਯਹੋਵਾ ਨੇ ਉਸ ਜਵਾਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸਨੇ ਨਿਗਾਹ ਕਰਕੇ ਵੇਖਿਆ ਬਈ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਅਤੇ ਰੱਥਾਂ ਨਾਲ ਭਰਿਆ ਹੋਇਆ ਹੈ। ਆਮੀਨ। ਪ੍ਰਭੂ ਇਹਨਾਂ ਵਚਨਾਂ 'ਤੇ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਵਚਨਾਂ ਨੂੰ ਸਾਡੇ ਵਾਸਤੇ ਖੋਲ੍ਹਣ, ਅਸੀਂ ਰਲ ਕੇ ਜੋ ਗੀਤ ਸਕਰੀਨ 'ਤੇ ਆਊਗਾ ਪ੍ਰਭੂ ਦੀ ਮਹਿਮਦ ਵਾਸਤੇ ਗਾਵਾਂਗੇ। God sent his son, they called him Jesus. He came to love, heal and forgive. He lived and died to buy my pardon. An empty grave is there to prove my Savior lives.
just because He lives. How sweet to hold a newborn baby and feel the pride and joy He gives. But greater still, the calm assurance this child can face uncertain days because He lives. Because He lives, I can face tomorrow. Because He lives, all fear is gone. Because I know He holds the future, and life is worth living just because He lives. And then one day I'll cross the river, I'll fight life's final war with Him. And then as death gives way to victory, I'll see the light of glory and I'll know He lives. Because He lives, I can face tomorrow. Because He lives, all fear is gone. Because I know He holds the future, and life is worth living just because He lives. And life is worth living just because He lives. Do you suffer with FOGO? ਕੀ ਤੁਸੀਂ ਫੌਗੋ ਤੋਂ ਸਫ਼ਰ ਕਰਦੇ ਹੋ? Now you might ask, what on earth is FOGO? ਹੋ ਸਕਦਾ ਕਿ ਤੁਸੀਂ ਸੋਚਦੇ ਹੋਵੋ ਕਿ ਫੌਗੋ ਦਾ ਕੀ ਮਤਲਬ ਹੈ। FOGO is this, let me explain. ਫੌਗੋ ਦਾ ਮਤਲਬ ਇਹ ਹੈ, ਮੈਂ ਤੁਹਾਨੂੰ ਸਮਝਾਉਣਾ। F stands for fear, ਐਫ ਜੋ ਅੰਗਰੇਜ਼ੀ ਦਾ ਲਫ਼ਜ਼ ਹੈਗਾ ਆ, ਉਹ ਤੋਂ ਮਤਲਬ ਕਿ ਡਰਨਾ। O stands for of, ਉਹ ਜਿਹੜਾ ਹੈਗਾ ਕਿ ਆਫ, G stands for going, and O stands for out. So FOGO is fear of going out. ਜੀ ਹੈਗਾ ਬਾਹਰ ਜਾਣਾ, ਉਹ ਹੈਗਾ ਬਾਹਰ ਜਾਣਾ, ਗੋਇੰਗ। ਇਹਦਾ ਮਤਲਬ ਹੈਗਾ ਕਿ ਫੌਗੋ ਦਾ ਮਤਲਬ ਇਹ ਆ ਕਿ ਘਰ ਤੋਂ ਬਾਹਰ ਜਾਣ ਤੋਂ ਡਰਨਾ। So FOGO is quite simply the fear of going out the house. ਫੌਗੋ ਦਾ ਮਤਲਬ ਆਸਾਨੀ ਦੇ ਵਿੱਚ ਇਹ ਆ ਕਿ ਘਰ ਦੇ ਵਿੱਚੋਂ ਬਾਹਰ ਨਿਕਲਣਾ, ਇਹਦਾ ਡਰ। Tomorrow, Monday the 12th of April, ਕੱਲ ਨੂੰ 12 ਅਪ੍ਰੈਲ ਹੈ। the government will allow businesses and shops to open. ਸਰਕਾਰ ਨੇ ਹੁਕਮ ਦਿੱਤਾ ਹੈਗਾ ਕਿ 12 ਅਪ੍ਰੈਲ ਨੂੰ ਦੁਕਾਨਾਂ, ਕਾਰੋਬਾਰ ਖੁੱਲ੍ਹ ਜਾਣਾ ਹੈ। Restaurants and other catering outlets will be allowed to serve people outside. ਤੇ ਬਾਹਰਲੇ ਜਿਹੜੇ ਖਾਣੇ ਪੀਣੇ ਦਾ ਦੁਕਾਨਾਂ ਹੈਗੀਆਂ ਜਾਂ ਰੈਸਟੋਰੈਂਟਸ ਹੈਗੇ ਆ, ਉਹਨਾਂ ਨੇ ਵੀ ਪ੍ਰਬੰਧ ਕਰ ਲੈਣਾ ਕਿ ਬਾਹਰ ਬੈਠ ਕੇ ਮੇਜ਼ ਲਾ ਦਿੱਤੇ ਜਾਣੇ ਆ, ਉੱਥੇ ਖਾਣਾ ਪੀਣਾ ਉਹਨਾਂ ਨੇ ਸ਼ੁਰੂ ਕਰ ਦੇਣਾ। You'll be allowed to go to the gym, get a haircut. ਤੁਸੀਂ ਬਾਹਰ ਜਾ ਕੇ ਜਿਮ ਦੇ ਵਿੱਚ ਕਸਰਤ ਕਰ ਸਕਦੇ ਹੋ ਤੇ ਵਾਲ ਵੀ ਕਟਾ ਸਕਦੇ ਹੋ ਨਾਈ ਦੇ ਜਾ ਕੇ। And also meet with 6 people outside. ਤੇ ਬਾਹਰ ਜਾ ਕੇ ਤੁਸੀਂ 6 ਜਣੇ ਇਕੱਠੇ ਹੋ ਸਕਦੇ ਹਾਂ, ਮਿਲ ਸਕਦੇ ਹੋ। But FOGO this is a term that they've come out with, is the fear of not going out, or fear of going out. ਫੌਗੋ ਜਿਹੜਾ ਨਵਾਂ ਲਫ਼ਜ਼ ਨਿਕਲਿਆ ਹੈਗਾ ਆ, ਉਹ ਇਹ ਆ ਕਿ ਘਰ ਦੇ ਵਿੱਚੋਂ ਬਾਹਰ ਜਾਣ ਦਾ ਡਰ। There's another term, it's called post-lockdown anxiety. ਦੂਸਰਾ ਲਫ਼ਜ਼ ਹੈਗਾ ਕਿ post Lockdown anxiety, anxiety, which again the mental health agencies have termed
ਇਹ ਇਹਦਾ ਮਤਲਬ ਹੈ ਕਿ ਜਿਹੜੇ ਦਿਮਾਗੀ ਡਾਕਟਰ ਹੈਗੇ ਆ ਉਹਨਾਂ ਨੇ ਇਹ ਲਫ਼ਜ਼ ਇਸਤੇਮਾਲ ਕੀਤੇ ਹਨ। And it's the fear of returning to normal life. ਇਹ ਡਰ ਹੈ ਕਿ ਜਿਹੜਾ ਕਿ ਜਿਸ ਤਰ੍ਹਾਂ ਪਹਿਲਾਂ ਜੀਵਨ ਚੱਲਦਾ ਸੀ ਉਸ ਦੇ ਵਿੱਚ ਜਾ ਕੇ ਰਲਣਾ, ਇਹਦਾ ਡਰ, Which is caused because we've been inside our houses for a long time ਕਿਉਂਕਿ ਅਸੀਂ ਬਹੁਤ ਚਿਰ ਤੋਂ ਅਸੀਂ ਆਪਣੇ ਘਰਾਂ ਦੇ ਵਿੱਚ ਬੰਦ ਰਹੇ ਹਾਂ and it feels strange to go outside. ਤੇ ਬਾਹਰ ਜਾਣਾ ਅਜੀਬ ਲੱਗਦਾ ਹੈ। And perhaps we've lost confidence ਹੋ ਸਕਦਾ ਕਿ ਸਾਡੀ ਦਲੇਰੀ ਜਿਹੜੀ ਉਹ ਜਾਂਦੀ because ਰਹੀ we've ਹੈ। not been out for a long time. ਬਾਹਰ ਜਾਣ ਦੇ ਨਾ ਕਾਰਨ ਇਹ ਸਾਡੀ ਦਲੇਰੀ ਜਾਂਦੀ Well, ਰਹੀ। there's another term called coronaphobia, ਇੱਕ ਕਰੋਨਾਫੋਬੀਆ ਟਰਮ ਨਿਕਲਿਆ ਹੈਗਾ। which is the fear of catching the virus. ਉਹ ਇਹ ਡਰ ਆ ਕਿ ਕਰੋਨਾ ਵਾਇਰਸ ਸਾਨੂੰ ਨਾ ਲੱਗੇ And therefore it keeps us away from others and from public spaces. ਕਰੋਨਾ ਵਾਇਰਸ ਦਾ ਸਾਨੂੰ ਇਹ ਡਰ ਆ ਕਿ ਹਾਂ ਕਿ ਲੋਕਾਂ ਦੇ ਵਿੱਚ ਮਿਲਣ ਤੋਂ ਇਹ ਡਰ ਆ ਕਿ ਸਾਨੂੰ ਲੋਕਾਂ ਤੋਂ ਬਿਮਾਰੀ ਲੱਗ ਨਾ ਸਕੇ। Now, of course, we need to take precautions. ਜ਼ਰੂਰ ਹੈ ਕਿ ਅਸੀਂ ਆਪਣਾ ਪ੍ਰਬੰਧ ਕਰੀਏ ਬਚਣ ਦਾ। We need to practice social distancing, ਜ਼ਰੂਰ ਹੈ ਕਿ ਅਸੀਂ ਫਾਸਲਾ ਰੱਖਣਾ ਸਿੱਖੀਏ, wash our hands, ਹੱਥ ਧੋਣੇ ਸਿੱਖੀਏ, to wear face masks in certain places. ਜਿੱਥੇ ਲੋਕਾਂ ਦੇ ਵਿੱਚ ਇਕੱਠੇ ਹੋਣਾ ਹੈਗਾ ਹੈ ਤੇ ਆਪਣੇ ਮੂੰਹ ਦੇ ਉੱਤੇ ਮਾਸਕ ਲਾ ਕੇ ਰੱਖੀਏ। But with the vaccine rollout and the lockdown measures, things have improved. ਜਿਹੜੀ ਦਵਾਈ ਹੈਗੀ ਆ ਨਿਕਲ ਚੁੱਕੀ ਹੈਗੀ ਆ, ਬਹੁਤ ਸਾਰੇ ਲੋਕਾਂ ਦੇ ਉੱਤੇ ਲੱਗ ਚੁੱਕੀ ਹੈਗੀ ਆ ਤੇ ਬਾਕੀ ਜੋ ਜਿਹੜੇ ਸਰਕਾਰ ਦੇ ਅਸੂਲ ਹੈਗੇ ਆ ਉਹ ਵੀ ਮੰਨੀਏ। So it's important that we take precautions, but we are not gripped by fear. ਇਹ ਹੈ ਜ਼ਰੂਰ ਹੈ ਕਿ ਸਰਕਾਰ ਨੇ ਪ੍ਰਬੰਧ ਬਹੁਤ ਕੀਤਾ ਹੈਗਾ, ਅਸੀਂ ਕੁਝ ਕਰ ਸਕਦੇ ਹਾਂ ਬਚਣ ਦੇ ਲਈ, ਪਰ ਇਹ ਨਾ ਹੋਵੇ ਕਿ ਸਾਨੂੰ ਜਿਹੜਾ ਡਰ ਹੈ ਉਹ ਜਕੜ ਲਵੇ, Which paralyzes us and prevents us from doing anything or going anywhere, even though it may be safe. ਹੋ ਸਕਦਾ ਕਿ ਜਿਹੜਾ ਡਰ ਹੈਗਾ ਆ ਉਹਦਾ ਸਾਨੂੰ ਅਧਰੰਗ ਪੈ ਜਾਵੇ ਕਿ ਹਾਂ ਕਿ ਅਸੀਂ ਕੁਝ ਕਰਨੇ ਤੋਂ ਜਾਂ ਬਾਹਰ ਜਾਣ ਤੋਂ ਸਾਡੇ ਵਿੱਚ ਡਰ ਪੈਦਾ ਹੋ ਜਾਵੇ। We must not suffer from FOGO, the fear of going out. ਅਸੀਂ ਇਸ ਚੀਜ਼ ਤੋਂ ਬਚ ਕੇ ਰਹੀਏ ਕਿ ਫੋਗੋ ਤੋਂ, ਕਿ ਬਾਹਰ ਜਾਣ ਤੋਂ ਅਸੀਂ ਡਰੀਏ ਨਾ। And we need to start taking small steps to do things which are deemed safe. ਹਾਂ ਜ਼ਰੂਰ ਹੈ ਕਿ ਅਸੀਂ ਹੌਲੇ ਹੌਲੇ ਕਦਮ ਚੱਕੀਏ, ਥੋੜੇ ਕਦਮ ਚੱਕੀਏ, ਉਹ ਕਰ ਸਕੀਏ ਜੋ ਸਾਡੇ ਵਾਸਤੇ ਸੁਰੱਖਿਅਤ ਹੈ, ਜਿਸ ਤੋਂ ਅਸੀਂ ਬਚ ਸਕਦੇ ਹਾਂ। And especially we need to get back to church and to the corporate worship of God. ਹਾਂ ਜ਼ਰੂਰ ਹੈ ਕਿ ਅਸੀਂ ਮੰਡਲੀ ਦੇ ਵਿੱਚ ਜਾਣਾ ਸ਼ੁਰੂ ਕਰੀਏ, ਉੱਥੇ ਜਾ ਕੇ ਰਲ ਕੇ ਪਰਮੇਸ਼ਰ ਦੀ ਉਪਾਸਨਾ ਕਰ ਸਕੀਏ। So here's another term that I've invented. ਤੇ ਇੱਕ ਭਾਈ ਜੱਜੀ ਨੇ ਵੀ ਇੱਕ ਨਵਾਂ ਲਫ਼ਜ਼ ਕੱਢਿਆ ਹੈ। Not FOGO, ਫੋਗੋ ਨਹੀਂ ਹੈ, but fog talk. ਫੌਗ ਟੌਪ। Now, what is fog talk? ਫੌਗ ਟੌਪ ਦਾ ਕੀ ਮਤਲਬ ਹੈ? Fog talk is fear of going to church. ਉਹ ਇਹ ਆ ਕਿ ਮੰਡਲੀ ਦੇ ਵਿੱਚ ਜਾਣ ਤੋਂ ਡਰਨਾ। Now, for many of you, you may be back at work. ਹੋ ਸਕਦਾ ਕਿ ਬਹੁਤ ਸਾਰੇ ਸਾਡੇ ਵਿੱਚੋਂ ਕੰਮਾਂਕਾਰਾਂ ਦੇ ਵਾਪਸ ਚਲੇ ਗਏ You're ਆ, going shopping. ਦੁਕਾਨਾਂ ਦੇ ਵਿੱਚ ਸਮਾਨ ਲਿਆਉਂਦੇ ਹੋ, You've overcome FOGO, ਤੁਸੀਂ ਫੋਗੋ ਤੋਂ ਬਾਹਰ ਨਿਕਲ ਆਏ ਹੋ, but you're still suffering with fog talk. That is the fear of going to church. ਫੌਗ ਟੌਪ ਤੋਂ ਫਿਰ ਵੀ ਤੁਸੀਂ ਡਰਦੇ ਆ, ਇਹਦਾ ਮਤਲਬ ਇਹ ਹੈ ਕਿ ਚਰਚ ਜਾਣ ਤੋਂ ਹਾਲੇ ਵੀ ਡਰਦੇ ਹੋ। And maybe it's not fear for some of you. ਹੋ ਸਕਦਾ ਕਈਆਂ ਨੂੰ ਇਹ ਡਰ ਨਾ ਹੋਵੇ। Maybe it's idleness. Maybe it's lethargy. Maybe because you've lost your discipline and that desire that you're not coming. ਹੋ ਸਕਦਾ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਕਾਰਨ ਮੰਡਲੀ ਦੇ ਵਿੱਚ ਨਾ ਆਉਂਦੇ ਹੋਗੇ। ਹੋ ਸਕਦਾ ਕਿ ਅਸੀਂ ਆਲਸੀ ਹੋ ਗਏ, ਅਸੀਂ ਸੁਸਤ ਪੈ ਗਏ ਆ, ਜਾਂ ਕਿ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਹੈਗੇ ਆ, ਅਸੀਂ ਢਿੱਲੇ ਪੈ ਗਏ ਆ, ਇਸ ਕਰਕੇ ਅਸੀਂ ਘਰੋਂ ਬਾਹਰ ਨਿਕਲ ਕੇ ਮੰਡਲੀ 'ਚ ਨਹੀਂ ਜਾਣਾ ਚਾਹੁੰਦੇ। But this morning I want to talk to you about fear ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਡਰ ਦੇ ਬਾਰੇ, and how to overcome it from the passage that we read. ਜਿਹੜੀਆਂ ਲਿਖਤਾਂ ਦੇ ਵਿੱਚੋਂ ਪੜ੍ਹਿਆ ਆ ਉਹਦੇ ਵਿੱਚ ਅਸੀਂ ਸਿੱਖਣਾ ਹੈਗਾ ਹੈ, ਦੇਖਣਾ ਹੈ ਕਿ ਅਸੀਂ ਇਸ ਡਰ ਦੇ ਉੱਤੇ ਕਿਸ ਤਰ੍ਹਾਂ ਜਿੱਤ ਪਾ ਸਕਦੇ ਹਾਂ। Which I've looked at on a number of occasions in the past, but I think it's relevant for our situation ਇਹ today. ਲਿਖਤਾਂ ਡਰ ਦੇ ਬਾਰੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਦੇਖ ਚੁੱਕੇ ਹੈਗੇ ਆ। ਜ਼ਰੂਰ ਹੈ ਕਿ ਅੱਜ ਕੱਲ੍ਹ ਜਿਹੜਾ ਡਰ ਹੈਗਾ ਆ, ਅਸੀਂ ਇਹਦੇ ਕਾਰਨ ਅੱਜ ਲਿਖਤਾਂ ਜਿਹੜੀਆਂ ਸਾਡੇ ਤੇ ਲਾਗੂ ਹੈ। Now in the passage there are three main characters. ਤਿੰਨ ਵਿਅਕਤੀ ਹੈਗੇ ਆ ਇਸ ਜਿਹੜੀਆਂ ਲਿਖਤਾਂ ਪੜ੍ਹੀਆਂ ਇਹਨਾਂ ਦੇ ਵਿੱਚ। There's God, Elisha's servant, and then Elisha. ਪਰਮੇਸ਼ਰ ਹੈਗਾ, ਪਰਮੇਸ਼ਰ ਦਾ ਦਾਸ ਇਲਾਇਸ਼ਾ ਹੈਗਾ, ਉਹਦਾ ਦਾਸ ਵੀ ਹੈਗਾ। And what I want to do is look at three things. ਤਿੰਨ ਗੱਲਾਂ ਦੇਖਣੀਆਂ ਹਨ। Firstly, God's omniscience. ਪਹਿਲਾ ਪਰਮੇਸ਼ਰ ਹੈ ਕਿ ਉਹ ਹਰੇਕ ਜਗ੍ਹਾ ਹਾਜ਼ਰ ਹੈ। Secondly, Elisha's servant's fears.
ਤੇ ਫਿਰ ਦੇਖਦੇ ਕਿ ਜਿਹੜਾ ਇਲਾਸ਼ਾ ਦਾ ਦਾਸ ਹੈਗਾ ਉਹ ਡਰਨਾ ਭਰਿਆ ਹੋਇਆ। And thirdly, Elisha's prayer, which provides the solution. ਤੇ ਫਿਰ ਅਸੀਂ ਦੇਖਦੇ ਹਾਂ ਕਿ ਈਲੀਸ਼ਾ ਦੀ ਜਿਹੜੀ ਪ੍ਰਾਰਥਨਾ ਹੈਗਾ ਹੈ ਜਿਹਦੇ ਦੁਆਰੇ ਸਾਨੂੰ ਹੱਲ ਮਿਲਦਾ। So firstly, God's omniscience. ਹਾਂ ਕਿ ਪਰਮੇਸ਼ਰ ਦੇਖਿਆ ਕਿ ਹਰੇਕ ਜਗ੍ਹਾ ਹਾਜ਼ਰ ਹੈ। Now, this account is set in the Old Testament over 800 years before Jesus came. ਇਹ ਜਿਹੜੀਆਂ ਲਿਖਤਾਂ ਹੈਗੀਆਂ ਆ 800 ਸਾਲ ਪ੍ਰਭੂ ਯੀਸ਼ੂ ਮਸੀਹ ਦੇ ਆਉਣ ਤੋਂ ਪਹਿਲਾਂ ਲਿਖੀਆਂ ਗਈਆਂ। God's people, Israel, were at war with a neighboring nation called Syria. ਅਸੀਂ ਦੇਖਦੇ ਹਾਂ ਕਿ ਅਰਾਮੀ ਜਿਹੜੇ ਦੇਸ਼ ਹੈਗਾ ਆ ਉਹਦੇ ਨਾਲ ਇਜ਼ਰਾਈਲੀ ਕੌਮ ਦੇ ਨਾਲ ਲੜਾਈ ਲੱਗੀ ਹੋਈ ਸੀ, ਯੁੱਧ ਲੱਗਾ ਹੋਇਆ ਸੀ। 2 Kings chapter 6 verse 8 tells us there that the king of Syria was making war against Israel. ਤੇ ਦੂਸਰਾ ਰਾਜਾ 6 ਅਧਿਆਇ ਤੇ 8ਵੇਂ ਵਿੱਚ ਦੱਸਿਆ ਗਿਆ ਕਿ ਅਰਾਮ ਦਾ ਰਾਜਾ ਜਿਹੜਾ ਇਜ਼ਰਾਈਲ ਦੇ ਰਾਜੇ ਦੇ ਨਾਲ ਜੰਗ ਕਰ ਰਿਹਾ ਸੀ। So the Syrian king would make his plans, work out his war strategy. ਜਿਹੜਾ ਕਿ ਅਰਾਮ ਦਾ ਰਾਜਾ ਸੀਗਾ ਉਹਨੇ ਬੈਠ ਕੇ ਇਹ ਸਾਜ਼ਿਸ਼ ਕੀਤੀ ਕਿ ਹਾਂ ਕਿ ਕਿਸ ਤਰ੍ਹਾਂ ਇਜ਼ਰਾਈਲ ਦੇ ਰਾਜੇ ਦੇ ਨਾਲ ਜਾ ਕੇ ਉਹ ਜੰਗ ਕਰੇ। ਬੈਠ ਕੇ ਸੋਚਿਆ, ਉਹਨੇ ਸਲਾਹ ਬਣਾਈ ਕਿ ਕਿਸ ਤਰ੍ਹਾਂ ਇੱਥੇ ਹਮਲਾ ਕਰਨਾ। But the king of Israel knew exactly what the Syrian king's plans were. ਤਾਂ ਹਾਂ ਜ਼ਰੂਰ ਹੈ ਕਿ ਜਿਹੜਾ ਪਰਮੇਸ਼ਰ ਇਜ਼ਰਾਈਲ ਦਾ ਰਾਜਾ ਸੀਗਾ ਉਹ ਜਿਹੜਾ ਇਰਾਦਾ ਅਰਾਮ ਦਾ ਰਾਜਾ ਕਰਦਾ ਸੀਗਾ ਉਹ ਇਜ਼ਰਾਈਲ ਦੇ ਰਾਜੇ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ। And therefore the king of Syria made necessary plans, and so the plans of the Syrian king came to nothing. ਤੇ ਫਿਰ ਅਸੀਂ ਦੇਖਦੇ ਹਾਂ ਕਿ ਅਰਾਮ ਦਾ ਜਿਹੜਾ ਰਾਜਾ ਸੀਗਾ ਉਹਨੇ ਇੱਕ ਪਲਾਨ ਬਣਾਇਆ ਕਿ ਹਾਂ ਕਿ ਕਿਸ ਤਰ੍ਹਾਂ ਉਹਦੇ ਤੇ ਜਾ ਕੇ ਹਮਲਾ ਕਰ ਸਕੇ। And verse 10 tells us 10ਵੀਂ ਆਇਤ ਸਾਨੂੰ ਦੱਸਦੀ that ਆ this didn't happen once or twice, but many times. ਇਹ ਨਹੀਂ ਕਿ ਇੱਕ ਵਾਰ ਹੋਇਆ ਜਾਂ ਦੋ ਵਾਰ ਹੋਇਆ, ਬਹੁਤ ਵਾਰ ਹੋਇਆ। So when you plan something in secret behind closed doors and your enemy knows exactly what's going on, ਜਿਸ ਵੇਲੇ ਤੁਸੀਂ ਕੋਈ ਵੀ ਇਰਾਦਾ ਬਣਾਉਂਦੇ ਹੋ ਤੇ ਤੁਹਾਡਾ ਜਿਹੜਾ ਦੁਸ਼ਮਣ ਹੁੰਦਾ ਉਹ ਪਹਿਲਾਂ ਹੀ ਜਾਣ ਜਾਂਦਾ ਕਿ ਤੁਸੀਂ ਕੀ ਕਰਨ ਵਾਲੇ ਹੋ। the natural conclusion you come to is that there's a spy in your camp. ਤੇ ਇਹ ਫਿਰ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਵਿੱਚ ਕੋਈ ਜਸੂਸ ਹੈਗਾ ਕਿ ਜਿਹੜਾ ਕਿ ਦੂਸਰੇ ਰਾਜੇ ਨੂੰ ਜਾ ਕੇ ਦੱਸ ਦਿੰਦਾ Who's giving information to Israel. ਕਿ ਇਜ਼ਰਾਈਲ ਨੂੰ ਕੋਈ ਜਾ ਕੇ ਜਸੂਸੀ ਕਰਕੇ ਉਹਨਾਂ ਨੂੰ ਸਭ ਕੁਝ ਦੱਸਦਾ। So verse 11 tells us that the heart of the king of Syria was greatly troubled ਫਿਰ ਅਸੀਂ ਦੇਖਦੇ ਹਾਂ ਕਿ ਅਰਾਮ ਦਾ ਜਿਹੜਾ ਰਾਜਾ ਸੀਗਾ ਉਹਦਾ ਦਿਲ ਜਿਹੜਾ ਸੀ ਬਹੁਤ ਘਬਰਾ ਗਿਆ by this thing. ਇਹਨਾਂ ਚੀਜ਼ਾਂ ਦੇ ਕਾਰਨ ਕਿ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ, ਇਹਦੇ ਕਾਰਨ ਉਹ ਡਰ ਗਿਆ। And he called his servants together ਉਹਨੇ ਆਪਣੇ ਚਾਕਰਾਂ ਨੂੰ ਸੱਦਿਆ, ਨੌਕਰਾਂ ਨੂੰ ਸੱਦਿਆ। and he said, will you not show me which of us is for the king of Israel? ਕਿ ਉਹਨੇ ਇਕੱਠੇ ਕੀਤਾ ਆਪਣੇ ਦਾਸਾਂ ਨੂੰ ਕਿ ਉਹਨਾਂ ਨੂੰ ਪੁੱਛਿਆ ਕਿ ਹਾਂ ਕਿ ਸਾਡੇ ਵਿੱਚੋਂ ਕਿਹੜਾ ਹੈਗਾ ਕਿ ਜਿਹੜਾ ਇਜ਼ਰਾਈਲ ਦੇ ਰਾਜੇ ਨਾਲ ਹੈ। So basically he's saying, which one of you is a spy for the king of Israel? ਦੂਸਰੇ ਲਫ਼ਜ਼ਾਂ 'ਚ ਉਹਨਾਂ ਨੂੰ ਕਹਿਣ ਲੱਗਾ ਕਿ ਤੁਹਾਡੇ ਵਿੱਚੋਂ ਕਿਹੜਾ ਜਸੂਸ ਹੈ ਇਜ਼ਰਾਈਲੀਆਂ ਦੇ ਰਾਜੇ ਦਾ। Which one of you is being paid to give information to him? ਤੁਹਾਡੇ 'ਚੋਂ ਕਿਹੜਾ ਹੈਗਾ ਕਿ ਜਿਹਨੂੰ ਪੈਸੇ ਦਿੱਤੇ ਗਏ ਹੈਗੇ ਆ ਕਿ ਉਹ ਸਾਨੂੰ ਇਨਫੋਰਮੇਸ਼ਨ ਦੇਵੇ। And in verse 12 12ਵੀਂ ਆਇਤ ਦੇ it ਵਿੱਚ says, and one of his servants says, none, my lord, O king, but Elisha, the prophet who is in Israel, tells the king of Israel the words that you speak in your bedroom. ਦੂਸਰਾ ਰਾਜਾ 6:12 ਤਦ ਉਹ ਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, ਮੇਰੇ ਸਵਾਮੀ ਤੇ ਪਾਸ਼ਾ ਕੋਈ ਨਹੀਂ ਪਰ ਅਲੀਸ਼ਾ ਨਬੀ ਜੋ ਇਜ਼ਰਾਈਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈ ਇਜ਼ਰਾਈਲ ਦੇ ਪਾਤਸ਼ਾਹ ਨੂੰ ਦੱਸਦਾ ਹੈ। There wasn't a human spy in the camp. ਕੋਈ ਵੀ ਇਨਸਾਨੀਅਤ ਤੌਰ ਤੇ ਉੱਥੇ ਜਸੂਸ ਨਹੀਂ ਸੀ। No, God was the spy. ਪਰ ਪਰਮੇਸ਼ਵਰ ਉਸ ਤੇ ਜਸੂਸੀ ਕਰਦਾ ਸੀ। God knew exactly what the king of Syria was planning. ਪਰਮੇਸ਼ਵਰ ਹਰ ਵੇਲੇ ਜਾਣਦਾ ਸੀਗਾ ਕਿ ਜਿਹੜਾ ਅਰਾਮੀ ਦਾ ਰਾਜਾ ਹੈ ਉਹ ਕੀ ਮਤਾ ਪਕਾ ਰਿਹਾ ਹੈਗਾ ਆ ਇਜ਼ਰਾਈਲ ਦੇ ਖਿਲਾਫ। He knew the words of the king of Syria in the most private and secret chamber that is in his bedroom. ਪਰਮੇਸ਼ਵਰ ਪਹਿਲਾਂ ਹੀ ਜਾਣਦਾ ਸੀਗਾ ਕਿ ਜੋ ਅਰਾਮ ਦਾ ਰਾਜਾ ਜੋ ਹੈ ਉਹ ਸਾਜ਼ਿਸ਼ ਕਰਨੀ ਚਾਹੁੰਦਾ ਸੀਗਾ ਉਹ ਪਹਿਲਾਂ ਹੀ ਪਰਮੇਸ਼ਵਰ ਜਾਣਦਾ ਸੀਗਾ ਜੋ ਰਾਜਾ ਆਪਣੇ ਸੌਣ ਵਾਲੇ ਕਮਰੇ ਦੇ ਵਿੱਚ ਕਰਦਾ ਸੀ। And God revealed the information to Elisha, who revealed it to the king of Israel, who then outwitted the king of Syria. ਫਿਰ ਪਰਮੇਸ਼ਵਰ ਨੇ ਇਲੀਸ਼ਾ ਨੂੰ ਦੱਸਿਆ, ਇਲੀਸ਼ਾ ਆਪਣੇ ਰਾਜੇ ਨੂੰ ਦੱਸਦਾ ਸੀਗਾ ਕਿ ਹਾਂ ਕਿ ਜਿਹੜੇ ਉਹਨਾਂ ਨੇ ਸਾਜ਼ਿਸ਼ ਕੀਤੀ ਹੈ ਉਹ ਹਰਾ ਦਿੱਤੀ ਜਾਵੇ। It wasn't the eyes of any man ਕਿਸੇ ਦੀਆਂ ਇਨਸਾਨ ਦੀਆਂ ਅੱਖਾਂ ਨਹੀਂ ਸੀ ਦੇਖਦੀਆਂ that was watching and revealing this.
ਕੋਈ ਵੀ ਇਨਸਾਨ ਦੀਆਂ ਅੱਖਾਂ ਨਹੀਂ ਸੀ ਜਾ ਕੇ ਇਲੀਸ਼ਾ ਨੂੰ ਦੱਸਦਾ। It was the eyes of God. ਪਰਮੇਸ਼ਰ ਦੀਆਂ ਅੱਖਾਂ ਉਹਨਾਂ ਨੂੰ ਦੇਖ ਰਹੀਆਂ ਸੀ ਉਸ ਰਾਜੇ ਨੂੰ। 2 Chronicles chapter 16 and verse 9 ਦੂਸਰਾ ਕ੍ਰੋਨਿਕਲਸ 16:9 ਦੇ ਵਿੱਚ says, For the eyes of the Lord run to and fro throughout the earth. ਤੇ ਉੱਥੇ ਦੱਸਿਆ ਆ ਕਿ ਪਰਮੇਸ਼ਰ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਉਹ ਆਉਂਦਿਆਂ ਜਾਂਦਿਆਂ ਨੂੰ ਦੇਖਦੀਆਂ ਹਨ ਹਰ ਵੇਲੇ। This is not saying that God has real, literal, physical eyes like you and me. ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਦੀਆਂ ਤੁਹਾਡੇ ਵਰਗੀਆਂ ਤੇ ਮੇਰੇ ਵਰਗੀਆਂ ਅੱਖਾਂ ਹਨ। God is spirit. God has no physical being. ਪਰਮੇਸ਼ਰ ਜੋ ਆਤਮਾ ਹੈ ਉਹ ਸਾਡੇ ਵਾਂਗ ਸਰੀਰ ਨਹੀਂ ਹੈ। This is another case of anthropomorphism. That's the technical term. ਇਹ ਹੈ ਲਫ਼ਜ਼ ਜਿਹੜਾ ਕਿ ਅੰਗਰੇਜ਼ੀ ਦੇ ਵਿੱਚ ਦੱਸਿਆ ਗਿਆ ਕਿ ਪਰਮੇਸ਼ਰ ਜੋ ਆਤਮਾ ਹੈ ਸਰੀਰ ਨਹੀਂ ਹੈ ਜਿੱਥੇ ਸਾਡਾ। Yeah, it's speaking of God in human terms so we can understand what God is like. ਤੇ ਪਰਮੇਸ਼ਰ ਨੂੰ ਇਸ ਤਰੀਕੇ ਦੇ ਨਾਲ ਸਮਝਾਇਆ ਗਿਆ ਹੈਗਾ ਕਿ ਜਿਹੜੀ ਇਨਸਾਨੀਅਤ ਭਾਸ਼ਾ ਹੈਗਾ ਉਹਦੇ ਵਿੱਚ ਦੱਸਿਆ ਗਿਆ ਕਿ ਤਾਂ ਕਿ ਅਸੀਂ ਉਹਨੂੰ ਸਮਝ ਸਕੀਏ। And what it's really saying is simply this, that God is omniscient. ਇਹਦਾ ਮਤਲਬ ਇਹ ਆ ਕਿ ਪਰਮੇਸ਼ਰ ਜੋ ਹੈ ਉਹ ਹਰੇਕ ਜਗ੍ਹਾ ਤੇ ਹੈ। God is all-knowing. ਪਰਮੇਸ਼ਰ ਸਭ ਕੁਝ ਜਾਣੀ ਜਾਣ ਹੈ। God sees everything. ਪਰਮੇਸ਼ਰ ਸਭ ਕੁਝ ਦੇਖਦਾ। God knows every conversation. ਪਰਮੇਸ਼ਰ ਹਰੇਕ ਗੱਲਬਾਤ ਨੂੰ ਜਾਣਦਾ। He sees things that human beings can never know or observe. ਪਰਮੇਸ਼ਰ ਉਹ ਸਭ ਕੁਝ ਜਾਣਦਾ ਕਿ ਜਿਹੜਾ ਇਨਸਾਨ ਕਦੀ ਵੀ ਨਾ ਜਾਣ ਸਕਦਾ ਨਾ ਦੇਖ ਸਕਦਾ। He knows every single thought and motive and intention. ਹਰੇਕ ਇਨਸਾਨ ਦੀ ਜੋ ਸੋਚ ਹੈਗੀ ਆ ਜੋ ਇਰਾਦੇ ਹੈਗੇ ਆ ਜੋ ਉਹਦੀ ਚਲਾਕੀ ਹੈਗੀ ਆ ਉਹ ਸਭ ਕੁਝ ਜਾਣਦਾ ਪਰਮੇਸ਼ਰ। When I was in Nepal, in Pokhara many years ago, ਨੇਪਾਲ ਦੇ ਵਿੱਚ ਜਿਸ ਵੇਲੇ ਪਾਈ ਸੀਗੇ ਬਹੁਤ ਸਾਲ ਪਹਿਲਾਂ I had the privilege of being near the Himalayan mountains, ਹਿਮਾਲਿਆ ਪਰਬਤ ਦੇ ਨਜ਼ਦੀਕ ਇਹਨਾਂ ਨੂੰ ਜਾਣਾ ਪਿਆ ਗਏ ਸੀ। and I could see the Annapurna mountain range. ਤੇ ਫਿਰ ਦੇਖਿਆ ਕਿ ਪਹਾੜੀ ਕਿੰਨੀ ਉੱਚੀ ਹੈ। There are only 14 mountains in the world that are over 800 meters. 14 ਜਿਹੜੇ ਪਹਾੜ ਹੈਗੇ ਆ ਉਹ 1400 ਮੀਟਰ ਤੋਂ ਜ਼ਿਆਦਾ ਹੈ ਉੱਚੇ। And I could see one of them ਉਹਨਾਂ ਚੋਂ ਮੈਂ ਇੱਕ ਦੇਖ ਸਕਿਆ from where I was staying. ਜਿੱਥੇ ਮੈਂ ਰਹਿ ਰਿਹਾ ਸੀ। In the evening, ਸ਼ਾਮ ਦੇ ਵੇਲੇ you could only see the mountain partially because it was covered by clouds. ਸ਼ਾਮ ਦੇ ਵੇਲੇ ਪਹਾੜ ਦਾ ਛੋਟਾ ਜਿਹਾ ਹਿੱਸਾ ਦੇਖ ਸਕਦੇ ਸੀ ਕਿਉਂਕਿ ਬੱਦਲਾਂ ਨੇ ਉਹਨਾਂ ਨੂੰ ਘੇਰਿਆ ਹੋਇਆ ਸੀਗਾ। ਬੱਦਲਾਂ ਦੇ ਕਾਰਨ ਥੋੜਾ ਹੀ ਦਿਖਦਾ ਸੀ। But in the morning, the clouds had cleared and you could see the whole mountain in all its glory. ਸਵੇਰ ਦੇ ਵੇਲੇ ਜਿਹੜਾ ਬੱਦਲ ਸੀਗੇ ਜੋ ਮਿਟ ਜਾਂਦੇ ਸੀਗੇ ਤੇ ਫਿਰ ਜਿਹੜੀ ਉਹ ਸਾਰਾ ਉਹਦਾ ਮਹਿਮਾ ਵਾਲੇ ਤੇਜ ਸੀਗਾ ਉਹ ਦੇਖ ਸਕਦੇ ਸੀ ਪਹਾੜੀ ਦਾ। You and I only see things partially. ਤੁਸੀਂ ਤੇ ਮੈਂ ਅਸੀਂ ਥੋੜਾ ਹੀ ਦੇਖ ਸਕਦੇ ਹਾਂ। We can't see the hidden details of people's hearts. ਲੋਕਾਂ ਦੇ ਦਿਲਾਂ ਦੇ ਵਿੱਚ ਜੋ ਲੁਕੀਆਂ ਹੋਈਆਂ ਗੱਲਾਂ ਸੀ ਉਹਨਾਂ ਨੂੰ ਨਹੀਂ ਦੇਖ ਸਕਦੇ। But God, He sees the clear mountain. ਪਰਮੇਸ਼ਰ ਜੋ ਹੈ ਉਹ ਬੱਦਲਾਂ ਨੂੰ ਪਾਰ ਲੰਘ ਕੇ ਪੂਰੀ ਦੀ ਪੂਰੀ ਪਹਾੜੀ He ਦੇਖਦਾ। sees absolutely everything. ਉਹ ਬਿਲਕੁਲ ਸਭ ਕੁਝ ਉਹਨੂੰ ਦਿਖਾਈ ਦਿੰਦਾ। Nothing is hidden from His eyes. ਉਹਦੀਆਂ ਅੱਖਾਂ ਤੋਂ ਪਰਮੇਸ਼ਰ ਦੀਆਂ ਅੱਖਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ। And if you're not a Christian, ਜੇ ਤੁਸੀਂ ਵਿਸ਼ਵਾਸੀ ਨਹੀਂ ਹੋ just as God saw the minute details of the king of Syria's plans, ਜਿਸ ਤਰ੍ਹਾਂ ਪਰਮੇਸ਼ਰ ਨੇ ਅਰਾਮੀ ਜਿਹੜਾ ਅਰਾਮ ਦਾ ਰਾਜਾ ਸੀਗਾ ਉਹਦੇ ਜਿਹੜੇ ਗੁੱਝੇ ਹੋਏ ਇਰਾਦੇ ਸੀਗੇ ਉਹ ਪਰਮੇਸ਼ਰ ਜਾਣਦਾ ਸੀਗਾ। God sees the hidden details of your life, ਤੁਹਾਡੇ ਜੀਵਨ ਦੇ ਵਿੱਚ ਜੋ ਲੁਕੇ ਹੋਏ ਇਰਾਦੇ ਹਨ ਉਹ ਵੀ ਦੇਖਦਾ। of your thoughts. ਸਾਡੀਆਂ ਸੋਚਾਂ ਨੂੰ ਸੋਚਦਾ। It's like a CCTV camera on you 24/7. ਉਹ ਇਸ ਤਰ੍ਹਾਂ ਹੈ ਕਿ ਜਿੱਦਾਂ ਸਾਡੇ ਸਾਥ ਸਭ ਕੈਮਰਾ ਲਾਇਆ ਹੈਗਾ ਕਿ ਹਾਂ ਕਿ ਉਹ ਨਿਗਰਾਨੀ ਰੱਖੇ। Not just filming your body, but your inside, your thoughts and everything. ਇਹ ਨਹੀਂ ਕਿ ਉਹ ਸਾਡੀ ਜਿਹੜੀ ਬਾਹਰਲਾ ਸਰੀਰ ਹੈਗਾ ਪਰ ਉਹ ਅੰਦਰੋਂ ਦੇਖਦਾ ਸਾਡਾ ਦਿਲ ਦੇਖਦਾ ਸਾਡੀਆਂ ਸੋਚਾਂ ਦੇਖਦਾ। And one day you will be judged. ਇੱਕ ਦਿਨ ਤੁਹਾਡਾ ਨਿਆਂ ਹੋਵੇਗਾ। God will do a video replay of everything in your life. ਜੋ ਕੁਝ ਤੁਹਾਡੇ ਜੀਵਨ ਦੇ ਵਿੱਚ ਸਾਰੀ ਉਮਰ ਹੋਇਆ ਹੈ ਪਰਮੇਸ਼ਰ ਇੱਕ ਦਿਨ ਉਹ ਤਸਵੀਰ ਦਿਖਾਵੇਗਾ। And all will be exposed, and imagine the shame. ਇੱਕ ਦਿਨ ਸਾਰਾ ਖੋਲ ਕੇ ਦਿਖਾਇਆ ਜਾਵੇਗਾ। It should move you to fear. ਫਿਰ ਤੁਹਾਨੂੰ ਸ਼ਰਮਿੰਦੇ ਹੋਣਾ ਤੇ ਤੁਸੀਂ ਡਰ ਜਾਣਾ। You need to have these sins forgiven. ਜ਼ਰੂਰ ਹੈ
ਕਿ ਤੁਹਾਡੇ ਪਾਪ ਮਾਫ ਕੀਤੇ ਜਾਣ, washed and cleansed, ਧੋਤੇ ਜਾਣ, ਸਾਫ਼ ਕੀਤੇ ਜਾਣ, you need to turn to Christ. ਜ਼ਰੂਰ ਹੈ ਕਿ ਤੁਸੀਂ ਮਸੀਹ ਵੱਲ ਮੁੜੋ। And if you're a Christian, ਜੇ ਤੁਸੀਂ ਵਿਸ਼ਵਾਸੀ ਹੋ, thank God he sees everything, ਧੰਨਵਾਦ ਕਰੋ ਪਰਮੇਸ਼ਰ ਦਾ ਕਿ ਸਾਡੇ ਜੀਵਨ ਦਾ ਸਭ ਕੁਝ ਦੇਖਦਾ, because it means he knows your struggles. ਕਿ ਉਹ ਜਾਣਦਾ ਤੁਹਾਡੀਆਂ ਮੁਸ਼ਕਲਾਂ ਨੂੰ, He knows your fears. ਤੁਹਾਡੇ ਡਰਾਂ ਨੂੰ ਜਾਣਦਾ, He knows your concerns. ਹਾਂ ਤੁਹਾਡੇ ਉਹ ਸਭ ਕੁਝ ਤਰੀਕੇ ਨੂੰ ਜਾਣਦਾ। And he is able to help you. ਉਹ ਜ਼ਰੂਰ ਹੈ ਕਿ ਮਦਦਗਾਰ ਹੈ, ਸਾਡੀ ਕਰ ਸਕਦਾ ਮਦਦ। He hears your prayers. ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ, He knows the desires of your heart. ਤੁਹਾਡੇ ਦਿਲ ਦੀ ਇੱਛਾ ਜੋ ਹੈ ਉਹ ਵੀ ਜਾਣਦਾ। But also this should drive us to holy living, knowing that he sees everything. ਇਹ ਜਾਣ ਕੇ ਸਾਡੇ ਦਿਲ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਕਿ ਹਾਂ ਕਿ ਇਸ ਪਵਿੱਤਰਤਾ ਵੱਲ ਹੋਰ ਜਾਈਏ, ਕਿ ਹਾਂ ਕਿ ਸਾਡਾ ਜੀਵਨ ਜਿਹੜਾ ਪਵਿੱਤਰ ਹੋਵੇ। So firstly, God's omniscience. ਪਰਮੇਸ਼ਰ ਸਭ ਕੁਝ ਜਾਣੀ ਜਾਣ ਹੈ। Secondly, ਦੂਸਰੀ ਗੱਲ, Elisha's servant's fears. ਦੂਸਰੀ ਗੱਲ ਦੇਖਣੀ ਹੈਗੀ ਹੈ ਕਿ ਜਿਹੜਾ ਅਲੀਸ਼ਾ ਸੀਗਾ, ਉਹਦਾ ਜਿਹੜਾ ਦਾਸ ਸੀਗਾ, ਉਹਦਾ ਡਰ। When the king of Syria found out that Elisha was revealing all his secrets, ਜਿਸ ਵੇਲੇ ਰਾਮ ਦੇ ਰਾਜੇ ਨੂੰ ਪਤਾ ਲੱਗ ਗਿਆ ਕਿ ਉਹਦਾ ਜਿਹੜਾ ਭੇਦ ਸੀਗਾ ਉਹ ਸਾਰਾ ਕੁਝ ਖੋਲ ਕੇ ਇਲਾਸ਼ਾ ਦੱਸੀ ਜਾਂਦਾ, he told his army to go and get Elisha from the city he was staying in, that's Dothan. ਹਾਂ ਕਿ ਰਾਮ ਦੇ ਰਾਜੇ ਨੇ ਹੁਕਮ ਕੀਤਾ ਕਿ ਹਾਂ ਕਿ ਜਿੱਥੇ ਅਲੀਸ਼ਾ ਵਾਸ ਕਰਦਾ ਹੈਗਾ ਉਹ ਜਗ੍ਹਾ ਦਾ ਪਤਾ ਕਰਕੇ ਆਓ। And so verse 14 tells us 14ਵੀਂ ਆਇਤ ਸਾਨੂੰ ਦੱਸਦੀ that he sent horses and chariots and a great army there. ਸੋ ਉਸ ਨੇ ਘੋੜਿਆਂ ਅਤੇ ਰੱਥਾਂ ਨੂੰ ਉੱਥੇ ਦੱਸਿਆ ਕਿ ਉੱਥੇ ਸਾਰੇ ਘੋੜੇ ਤੇ ਰੱਥ ਇਕੱਠੇ ਕੀਤੇ ਹੋਏ ਆ। And it says, and they came by night and surrounded the city. ਉੱਥੇ ਦੱਸਿਆ ਕਿ ਉਹ ਰਾਤ ਦੇ ਵੇਲੇ ਆਏ, ਰਾਤ ਦੇ ਵੇਲੇ ਆ ਕੇ ਸ਼ਹਿਰ ਨੂੰ ਘੇਰਾ ਪਾ ਲਿਆ। Now, can you imagine this? ਕੀ ਤੁਸੀਂ ਇਹਨੂੰ ਤਸਵੀਰ ਮਨ ਚ ਲਾਓ? Elisha and his servant, they're asleep in the city at night. ਰਾਤ ਦੇ ਵੇਲੇ ਅਲੀਸ਼ਾ ਤੇ ਉਹਦਾ ਦਾਸ ਸੁੱਤੇ ਹੋਏ ਸੀਗੇ ਰਾਤ ਦੇ ਵੇਲੇ। They're inside the city walls, ਉਹ ਜਿਹੜੇ ਸ਼ਹਿਰ ਦੇ ਦੁਆਰਾ ਸੀਗਾ ਉਹਦੇ ਵਿੱਚ ਸੀ, because cities had walls, and outside the city walls, ਤੇ ਜਿਹੜੇ ਸ਼ਹਿਰ ਸੀਗੇ ਉਹਨਾਂ ਦੇ ਆਲੇ ਦੁਆਲੇ ਦੀਵਾਰ ਹੁੰਦੀਆਂ ਸੀਗੀਆਂ, ਤੇ ਉਹ ਜਿਹੜੇ ਫੌਜ ਆਈ ਸੀ ਉਹ ਬਾਹਰ ਸੀ। there were probably hundreds, if not thousands, of horses and chariots that had been sent by the king to capture Elisha. ਹੋ ਸਕਦਾ ਕਿ ਉਹ ਹਜ਼ਾਰ ਨਾ ਹੋਣ, 100 ਦੇ ਹਿਸਾਬ ਦੇ ਨਾਲ ਹੋਣ, ਪਰ ਉਹ ਐਡੀ ਵੱਡੀ ਫੌਜ ਆਈ ਸੀ ਤਾਂ ਕਿ ਇਲੀਸ਼ਾ ਨੂੰ ਉਹ ਗ੍ਰਿਫਤਾਰ ਕਰਨ, ਫੜ ਲੈਣ। Elisha's servant wakes up in the morning, ਇਲੀਸ਼ਾ ਦਾ ਦਾਸ ਜਿਹੜਾ ਸਵੇਰ ਦੇ ਵੇਲੇ ਉੱਠਿਆ, and verse 15 tells us 15ਵੀਂ ਆਇਤ ਸਾਨੂੰ ਦੱਸਦੀ that he probably goes out of the city gate, ਹੋ ਸਕਦਾ ਕਿ ਉਹ ਸ਼ਹਿਰ ਦੇ ਫਾਟਕਾਂ ਚੋਂ ਬਾਹਰ ਗਿਆ ਹੋਵੇ, and he sees this massive army ready to pounce on Elisha, ਤੇ ਉਹਨੇ ਦੇਖਿਆ his ਕਿ master. ਉਹ ਬਾਹਰ ਜਾ ਕੇ ਦੇਖਿਆ ਕਿ ਹਾਂ ਕਿ ਬਹੁਤ ਵੱਡੀ ਫੌਜ ਜਿਹੜੀ ਹੈਗੀ ਆ ਉਹ ਇਲਾਸ਼ਾ ਦੇ ਉੱਤੇ ਹਮਲਾ ਕਰਨ ਦੇ ਲਈ, ਫੜਨ ਦੇ ਲਈ ਆਈ ਹੈਗੀ ਆ। He runs back into the house and he says to Elisha, verse 15, 15ਵੀਂ ਆਇਤ ਵਿੱਚ ਦੇਖਦੇ ਆ ਕਿ ਉਹ ਆਪਣੇ ਘਰ ਦੇ ਵਿੱਚ ਇਲਾਸ਼ਾ ਦੇ ਕੋਲ ਨੱਠ ਕੇ ਗਿਆ। he says, alas, my master, what shall we do? ਉਹਨੇ ਜਾ ਕੇ ਕਿਹਾ ਕਿ ਹਾਂ ਖਾਸ ਅਸੀਂ ਕੀ ਹੈਗਾ ਸੀ ਹੁਣ ਕਰੀਏ। The servant, he observes the chariots and the horses and the soldiers. ਤੇ ਜਿਹੜਾ ਦਾਸ ਸੀਗਾ ਇਲੀਸ਼ਾ ਦਾ, ਉਹਨੇ ਦੇਖਿਆ ਕਿ ਹਾਂ ਕਿ ਰੱਥ ਹੈਗੇ, ਘੋੜੇ ਹੈਗੇ ਆ, ਘੋੜੇ ਤੇ ਸਵਾਰ ਹੈਗੇ ਆ। ਉਹ ਦੇਖ ਕੇ ਡਰ ਕੇ ਅੰਦਰ ਆ ਕੇ ਦੱਸਿਆ ਕੀ ਅਸੀਂ ਕਰੀਏ। And he is gripped with fear. ਉਹ ਡਰ ਦੇ ਨਾਲ, ਡਰ ਨੇ ਉਹਨੂੰ ਘੇਰ ਲਿਆ। Fear controls him. Fear paralyzes him. ਪਰ ਡਰ ਨੇ ਉਹਨੂੰ ਅਧਰੰਗ ਕਰ ਦਿੱਤਾ। ਡਰ ਦੇ ਨਾਲ ਉਹ ਭਰ ਗਿਆ, ਡਰ ਦਾ ਉਹ ਭਰਿਆ ਹੋਇਆ ਸੀ। He doesn't know what to do. ਉਹਨੂੰ ਪਤਾ ਨਹੀਂ ਲੱਗਦਾ ਸੀ ਮੈਂ ਹੁਣ ਕੀ ਕਰਾਂ। Alas, my master, what shall we do? ਇਸ ਕਾਰਨ ਕਹਿੰਦਾ ਹੈ ਖਾਸ ਹੈ ਮਾਲਕ ਅਸੀਂ ਹੁਣ ਕੀ ਕਰੀਏ। He felt trapped. ਉਹ ਇਸ ਤਰ੍ਹਾਂ ਸੀ ਲੱਗਦਾ ਕਿ ਹਾਂ ਕਿ ਮੈਂ ਤਾਂ ਹੁਣ ਫਸ ਗਿਆ, There's no escape. ਕੋਈ ਨੱਠਣ ਦੀ ਜਗ੍ਹਾ ਨਹੀਂ ਹੈ। He's confused ਉਹ ਉਲਝਣ 'ਚ ਫਸ ਗਿਆ, and totally perplexed. ਬਿਲਕੁਲ ਉਹ ਡਰ ਦੇ ਨਾਲ ਡਿੱਗ ਪਿਆ। Are we like this servant? ਕੀ ਅਸੀਂ ਇਸ ਤਰ੍ਹਾਂ ਦਾਸ ਵਰਗੇ ਹਾਂ? Fear has taken hold of us. ਕੀ ਡਰ ਨੇ ਸਾਨੂੰ ਜਕੜ ਲਿਆ ਹੈ? It confuses us. We're paralyzed. ਸਾਨੂੰ ਡਰ ਨੇ ਉਲਝਣ 'ਚ ਪਾ ਦਿੱਤਾ ਹੈਗਾ ਹੈ। ਉਹਨੇ ਸਾਨੂੰ ਅਧਰੰਗ ਵਾਂਗੂ ਚਿੰਬੜ ਗਿਆ ਹੈ। And we end up saying, what shall I do? ਇਸ ਦੇ ਕਾਰਨ ਅਸੀਂ ਕਹਿੰਦੇ ਹਾਂ ਕਿ ਹਾਂ ਅਸੀਂ ਹੁਣ ਕੀ ਕਰੀਏ। The world we live in is gripped with fear. ਜਿਸ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਡਰ ਨੇ ਉਹਨੂੰ ਘੇਰਿਆ ਹੋਇਆ ਹੈ।
It's like an army has surrounded us. This coronavirus has surrounded us and gripped us with fear. ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬਹੁਤ ਵੱਡੀ ਫੌਜ ਨੇ ਸਾਨੂੰ ਘੇਰਿਆ ਹੋਇਆ, ਜਿਹੜੀ ਕਰੋਨਾ ਵਾਇਰਸ ਹੈਗੀ ਆ ਉਹਨੇ ਸਾਨੂੰ ਘੇਰਿਆ ਹੋਇਆ ਤੇ ਉਹਨੇ ਸਾਨੂੰ ਉਸਦੇ ਡਰ ਨੇ ਸਾਨੂੰ ਜਕੜਿਆ ਹੋਇਆ ਹੈ। We've been in lockdown on and off for over a year now. ਹੁਣ ਸਾਲ ਤੋਂ ਉੱਤੇ ਹੋ ਗਿਆ ਕਿ ਹਾਂ ਕਿ ਜਿਸ ਵੇਲੇ ਅਸੀਂ ਜਿੰਦੇ ਅੰਦਰ ਸੀਗੇ। But this time it seems as if it's possible that we will have a certain measure of freedom as we come out of lockdown. ਹੁਣ ਇਸ ਤਰ੍ਹਾਂ ਲੱਗਦਾ ਕਿ ਅਸੀਂ ਜਿੰਦੇ ਅੰਦਰੋਂ ਨਿਕਲਣ ਦੇ ਲਈ ਥੋੜਾ ਰਸਤਾ ਖੁੱਲ ਰਿਹਾ ਹੈ। After the first lockdown, ਜਿਸ ਵੇਲੇ ਪਹਿਲੀ ਵਾਰ ਅਸੀਂ ਜਿੰਦੇ ਅੰਦਰ ਗਏ ਸੀ, surveys showed that 40% of people were reluctant to go to shops. ਤੇ ਜਿਹੜੇ 46% ਲੋਕ ਸੀਗੇ, 100 ਦੇ ਵਿੱਚੋਂ 46 ਲੋਕ ਦੁਕਾਨ ਦੇ ਵਿੱਚ ਜਾਣ ਤੋਂ ਡਰਦੇ ਸੀ। And people also suffered with anxiety. ਉਹਨਾਂ ਨੂੰ ਬਹੁਤ ਫਿਕਰ ਚਿੰਤਾ ਲੱਗ ਗਿਆ ਸੀ। 67 people said they were anxious to get back to normality. ਉਹ ਕਹਿੰਦੇ ਕਈਆਂ ਲੋਕਾਂ ਨੇ ਕਿਹਾ ਕਿ ਹਾਂ ਕਿ ਸਾਨੂੰ ਬਾਹਰ ਜਾਣ ਤੋਂ, ਜੋ ਪਹਿਲਾ ਸਾਰਾ ਜੀਵਨ ਚੱਲਦਾ ਸੀ ਉਸ ਦੇ ਵਿੱਚ ਜਾਣ ਤੋਂ ਸਾਨੂੰ ਬਹੁਤ ਡਰ ਲੱਗਦਾ। Now, since then we've had 2 further lockdowns and people have got used to things. ਤੇ ਹਾਂ ਕਿ ਉਸ ਤੋਂ ਬਾਅਦ 2 ਵਾਰੀ ਹੋਰ ਜਿੰਦੇ ਅੰਦਰ ਰਹੇ ਹੈਗੇ ਆ ਤੇ ਲੋਕੀ ਜਿਹੜੇ ਹੈਗੇ ਅੰਦਰ ਰਹਿਣਾ ਗਿੱਝ ਗਏ। But still there can be an unhealthy fear. ਹਾਂ ਜ਼ਰੂਰ ਹੈ ਕਿ ਅੰਦਰ ਰਹਿ ਕੇ ਵੀ ਸਾਡੇ ਕੋਲ ਡਰ ਇਦਾਂ ਦਾ ਹੋ ਜਾਂਦਾ ਕਿ ਜਿਹੜਾ ਸਾਡੇ ਲਈ ਚੰਗਾ ਨਹੀਂ ਹੁੰਦਾ। That is not based on fact but is based on just anxiety. ਉਹ ਇਹ ਨਹੀਂ ਹੈਗਾ ਕਿ ਜਿਹੜਾ ਕਿ ਬਾਹਰਲੀ ਬਿਮਾਰੀ ਤੋਂ ਡਰ ਹੈਗਾ, ਉਹਦਾ ਨਹੀਂ ਹੈਗਾ ਕਿ ਜਿਹੜਾ ਅੰਦਰ ਰਹਿਣਾ ਆ ਉਹਦੇ ਨਾਲ ਜਿਹੜੀ ਫਿਕਰ ਚਿੰਤਾ ਆ ਅਸੀਂ ਉਹਦੇ ਡਰ ਦੇ ਵਿੱਚ ਫਸ And even though there are places that are safe and places where we can go to, ਹਾਂ ਕਈ ਜਗ੍ਹਾ ਹੈਗੀਆਂ ਕਿ ਜਿੱਥੇ ਅਸੀਂ ਜਾ ਸਕਦੇ ਆ, ਸਾਡੀ ਸੁਰੱਖਿਆ ਉੱਥੇ ਬਚਾਓ ਕਰਨ ਦੇ ਲਈ ਸਭ ਕੁਝ ਕੀਤਾ ਹੋਇਆ, ਪ੍ਰਬੰਧ ਕੀਤਾ ਹੋਇਆ। we still suffer with FOGO, ਫੋਗੋ ਤੋਂ ਫੇਰ ਵੀ ਅਸੀਂ ਡਰਦੇ ਹਾਂ। the fear of going out, ਉਹ ਇਹ ਡਰ ਕੇ ਬਾਹਰ ਜਾਣ ਤੋਂ ਅਸੀਂ ਡਰਦੇ ਹਾਂ। or fog talk, fear of going to church. ਫੋਗ ਟੌਪ ਦੂਸਰਾ ਲਫ਼ਜ਼ ਹੈਗਾ ਕਿ ਹਾਂ ਕਿ ਅਸੀਂ ਚਰਚ ਦੇ ਵਿੱਚ ਜਾਣ ਤੋਂ ਡਰਦੇ ਹਾਂ। Maybe there are other fears. ਹੋ ਸਕਦਾ ਕਿ ਹੋਰ ਡਰ ਹੋਣ, Fear of the future. ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਰਦੇ ਹੋਵਾਂ। Will we ever come out of this? ਜਿਸ ਵੇਲੇ ਅਸੀਂ ਬਾਹਰ ਨਿਕਲਾਂਗੇ ਕਿ ਅਸੀਂ ਨਿਕਲ ਸਕਦੇ ਹਾਂ ਕਿ Will ਨਹੀਂ, we always have to practice social distancing? ਕਿ ਹਰ ਵੇਲੇ ਸਾਨੂੰ ਦੂਰੀ ਰਹਿਣਾ ਹੈਗਾ। What about my job? ਮੇਰਾ ਕੰਮ ਦੇ ਬਾਰੇ ਕੀ, What about the future in terms of work? ਕੰਮ ਦੇ ਬਾਰੇ ਸਾਡੇ ਅੱਗੇ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਕੰਮ ਦੇ Some of you have had COVID and maybe there's fears of long COVID and its implications. ਹੋ ਸਕਦਾ ਕਿ ਬਿਮਾਰੀ ਲੱਗੀ ਹੋਵੇ ਤਾਂ ਹੋ ਸਕਦਾ ਕਿ ਜਿਹੜਾ ਉਹਦਾ ਅਸਰ ਹੈਗਾ ਉਹ ਬਹੁਤ ਲੰਬਾ ਦੇਰ ਰਵੇ। There are all sorts of fears. ਬਹੁਤ ਸਾਰੇ ਡਰ ਹਨ। Not only that, there are other fears that people may have. ਹੋ ਸਕਦਾ ਕਿ ਹੋਰ ਡਰ ਵੀ ਲੋਕਾਂ ਦੇ ਕੋਲ ਹੋਣ। Fear of old age, fear of loneliness. ਹੋ ਸਕਦਾ ਕਿ ਜਿਹੜੀ ਸਿਆਣੀ ਉਮਰ ਹੋ ਗਈ ਆ, ਵੱਡੀ ਉਮਰ ਹੋ ਗਈ ਆ, ਜਾ ਕੇ ਇਕੱਲੇ ਰਹਿਣਾ ਅਸੀਂ ਉਹ ਚ ਗਿੱਝ ਗਏ ਆ, ਉਹ ਤੋਂ ਡਰ ਹੈਗਾ। Maybe fear that your loved ones may not be saved. ਹੋ ਸਕਦਾ ਕਿ ਸਾਡੇ ਜਿਹੜੇ ਅਜ਼ੀਜ਼ ਹੈਗੇ, ਪਿਆਰੇ ਹੈਗੇ, ਸਾਡੇ ਘਰਾਣੇ ਦੇ ਲੋਕ ਉਹ ਨਾ ਬਚਾਏ ਜਾਣ। All sorts of fears may come. ਬਹੁਤ ਸਾਰੇ ਡਰ ਆ ਸਕਦੇ ਹਨ। And we throw our arms up ਤੇ ਅਸੀਂ ਆਪਣੀਆਂ ਬਾਹਾਂ ਉੱਚੀਆਂ ਕਰਕੇ ਕਹਿੰਦੇ like Elisha's servant and we say, what shall we do? ਹੋ ਸਕਦਾ ਕਿ ਇਲਾਸ਼ਾ ਦੇ ਨੌਕਰ ਵਾਂਗ ਅਸੀਂ ਵੀ ਆਪਣੀਆਂ ਬਾਹਾਂ ਤਾਂ ਕਰਕੇ ਕਹੀਏ ਕਿ ਹਾਂ ਕਿ ਹੈ ਮਾਲਕ ਅਸੀਂ ਕੀ ਕਰੀਏ। That's a good question. ਇਹ ਅੱਛਾ ਸਵਾਲ ਹੈ। Alas, what shall we do with our fears? ਹਾਂ ਹੁਣ ਅਸੀਂ ਕੀ ਕਰੀਏ। Let's look at the solution. ਅਸੀਂ ਇਸ ਹੱਲ ਦੇਖੀਏ। Thirdly, then, there's Elisha's prayer. ਤੀਸਰੀ ਗੱਲ ਅਸੀਂ ਦੇਖਦੇ ਹਾਂ ਕਿ ਜਿਹੜੀ ਇਲਾਸ਼ਾ ਨੇ ਪ੍ਰਾਰਥਨਾ ਕੀਤੀ। Now, Elisha, in contrast, remains quiet and calm. ਅਸੀਂ ਦੇਖਦੇ ਹਾਂ ਦੂਸਰੇ ਪਾਸੇ ਇਲਾਸ਼ਾ ਜਿਹੜਾ ਸੀ ਉਹ ਆਰਾਮ ਦੇ ਨਾਲ ਚੁੱਪ ਰਿਹਾ। And he reassures his servant. ਆਪਣੇ ਦਾਸ ਨੂੰ ਉਹਨੇ ਦਿਲਾਸਾ ਦਿੱਤਾ। In verse 16, 16ਵੀਂ ਆਇਤ ਦੇ ਵਿੱਚ he says, do not fear. ਉਹਨੇ ਕਿਹਾ ਤੂੰ ਨਾ ਡਰ। Let me repeat what I've said many times in the past. ਪਹਿਲੀ ਵਾਰ ਮੈਂ ਬਹੁਤ ਵਾਰੀ ਕਹਿ ਚੁੱਕਾ, ਹੁਣ ਮੈਂ ਫੇਰ ਦੁਹਰਾਉਣਾ। These words, do not fear, in and of themselves are useless words. ਜੇ ਅਸੀਂ ਕਹੀਏ ਕਿ ਨਾ ਡਰ, ਜੇ ਅਸੀਂ ਇਹ ਲਫ਼ਜ਼ੀ ਬੋਲੀਏ, ਇਕੱਲੇ ਲਫ਼ਜ਼ੀ ਹੋਣ, ਇਹ ਬਿਲਕੁਲ ਵਿਅਰਥ ਹੈ। Because a person who's fearful, they'll say to you, that's what I want to do. I don't want to fear, but I can't help it. ਤੋ ਜਿਹੜਾ ਸੁਣਨ ਵਾਲਾ ਹੈਗਾ ਇਹ ਲਫ਼ਜ਼ ਜਿਹਨੂੰ ਕਹਿੰਦੇ ਆ ਕਿ ਹਾਂ ਕਿ ਨਾ ਡਰ, ਉਹ ਤਾਂ ਕਹਿਣਾ ਹੈਗੇ ਇਹ ਤਾਂ ਮੈਂ ਡਰਦਾ ਪਰ ਇਹੀ ਕੁਝ ਤਾਂ ਹੁੰਦਾ ਹੈ। But in the Bible, whenever there's words like this, do not fear, do not worry,
ਜਿਸ ਵੇਲੇ ਬਾਈਬਲ ਦਾ ਅਸੀਂ ਪੜ੍ਹਦੇ ਹਾਂ ਕਿ ਨਾ ਡਰ ਨਾ ਘਬਰਾ, the Bible always gives us a reason why we should not fear or worry. ਬਾਈਬਲ ਉਹ ਵੀ ਦੱਸਦੀ ਹੈ ਕਿਉਂ ਅਸੀਂ ਨਾ ਡਰੀਏ ਨਾ ਘਬਰਾਈਏ। Elisha doesn't just say, do not fear, but he goes on to give a reason why we should not fear. ਇਲਾਸ਼ਾ ਨੇ ਸਿਰਫ ਇਹਨੇ ਲਫ਼ਜ਼ ਨਹੀਂ ਕਹੇ ਕਿ ਨਾ ਡਰ, ਪਰ ਉਹਨੇ ਇਹ ਵੀ ਦੱਸਿਆ ਕਿਉਂ ਨਾ ਡਰੇ। And he says this, ਉਹ ਇਹ ਕਹਿੰਦਾ verse 16, do not fear, for those who are with us are more than those who are with them. ਇਲਾਸ਼ਾ ਨੇ ਆਪਣੇ ਦਾਸ ਨੂੰ ਦਿਲਾਸਾ ਦਿੱਤਾ ਕਿ ਹਾਂ ਕਿ ਨਾ ਡਰ ਨਾ ਘਬਰਾ, ਕਿਉਂਕਿ ਉਹਨਾਂ ਨਾਲੋਂ ਜਿਹੜੇ ਸਾਡੇ ਵੱਲ ਹਨ ਉਹ ਜ਼ਿਆਦਾ ਹਨ। Now it seems here that the servant didn't fully understand what Elisha was speaking of. ਜੋ ਕੁਝ ਇਲਾਸ਼ਾ ਕਹਿ ਰਿਹਾ ਸੀਗਾ ਉਹਦੇ ਸਮਝ ਨਹੀਂ ਸੀ ਇਸ ਵੇਲੇ ਆ ਰਹੀ। And so Elisha prayed in verse 17. 17ਵੀਂ ਆਇਤ ਦੇ ਵਿੱਚ ਫਿਰ ਇਲਾਸ਼ਾ ਪ੍ਰਾਰਥਨਾ ਕਰਦਾ ਉਹਦੇ ਲਈ। He prays and it says, Lord, I pray, open his eyes that he may see. ਇਲਾਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੈ ਯਹੋਵਾ ਤੂੰ ਉਹਦੀਆਂ ਅੱਖੀਆਂ ਖੋਲ ਤਾਂ ਕਿ ਉਹ ਦੇਖ ਸਕੇ। And God opened his eyes. ਪਰਮੇਸ਼ਰ ਨੇ ਉਹਦੀਆਂ ਅੱਖੀਆਂ ਖੋਲੀਆਂ। And verse 17 tells us 17ਵੀਂ ਆਇਤ ਸਾਨੂੰ ਦੱਸਦੀ that Elisha's servant saw a mountain full of horses and chariots of fire all around Elisha. ਉਹਨੇ ਨਿਗਾਹ ਕਰਕੇ ਵੇਖਿਆ ਭਾਈ ਇਲੀਸ਼ਾ ਦੇ ਦਿਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਕਿ ਭਰਿਆ ਹੋਇਆ ਹੈ। The servant saw spiritual realities that are not visible to the naked eye. ਇਲਾਸ਼ਾ ਦੇ ਦਾਸ ਨੇ ਉਹ ਆਤਮਿਕ ਚੀਜ਼ਾਂ ਦੇਖੀਆਂ ਜਿਹੜੀ ਕਿ ਆਮ ਅੱਖਾਂ ਨਹੀਂ ਦੇਖ ਸਕਦੀਆਂ। The servant saw with his own eyes that which is invisible in the material world. ਇਲਾਸ਼ਾ ਦੇ ਦਾਸ ਨੇ ਉਹ ਆਤਮਿਕ ਚੀਜ਼ਾਂ ਦੇਖੀਆਂ ਕਿ ਇਹ ਜਿਹੜੀ ਦੁਨੀਆ ਜਿਹੜੀ ਚੀਜ਼ਾਂ ਦੇ ਦੁਆਰਾ ਵਾਸ ਕਰਦੀ ਹੈ, ਦੇਖਣ ਦੇ ਦੁਆਰਾ ਕਰਦੀ ਆ, ਉਹਨੇ ਉਹ ਕੁਝ ਦੇਖਿਆ। And that are only visible in the spiritual world. ਸਿਰਫ ਉਹ ਜੋ ਦਿਖਾਈ ਉਹਨੇ ਦੇਖੀ ਹੈਗੀ ਆ ਉਹ ਆਤਮਿਕ ਦੁਨੀਆ ਦੇ ਵਿੱਚ ਹੀ ਦਿਖਾਈ ਦਿੰਦੀ ਹੈ। He saw mighty angelic forces surrounding Elisha and protecting him. ਉਹਨੇ ਦੇਖਿਆ ਕਿ ਜੋ ਆਤਮਿਕ ਫੌਜ ਸੀਗੀ ਉਹ ਦੇਖੀ ਕਿ ਹਾਂ ਕਿ ਉਹਨੇ ਘੇਰਾ ਪਾਇਆ ਹੋਇਆ ਸੀ ਦੁਸ਼ਮਣਾਂ ਨੂੰ ਤਾਂ ਕਿ ਉਹ ਇਲਾਸ਼ਾ ਦੀ ਰਖਵਾਲੀ ਕਰਨ ਬਚਾ ਕੇ And ਰੱਖਣ। these spiritual forces were greater in number and more superior and powerful than the forces of the Syrian army. ਇਹ ਆਤਮਿਕ ਫੌਜ ਜਿਹੜੀ ਸੀਗੀ ਜਿਹੜੀ ਸਵਰਗੋਂ ਆਈ ਸੀਗੀ ਉਹ ਜਿਹੜੇ ਆਰਾਮ ਦਾ ਰਾਜਾ ਸੀਗਾ ਉਹਦੀ ਫੌਜ ਨਾਲ ਬਹੁਤ ਗਿਣਤੀ ਜ਼ਿਆਦਾ ਸੀ, ਬਹੁਤ ਜ਼ੋਰਾਵਰ ਸੀ, ਬਹੁਤ ਤਾਕਤਵਰ ਸੀ। And the servant learned a wonderful truth. ਤੇ ਜਿਹੜਾ ਦਾਸ ਸੀਗਾ ਇਲਾਸ਼ਾ ਦਾ ਉਹਨੇ ਬਹੁਤ ਵੱਡੀ ਸੱਚਾਈ ਉਹਨੇ ਸੁਣੀ ਤਾਂ ਦੇਖੀ। That here was a wall of fire, ਅਸੀਂ ਦੇਖਦੇ ਹਾਂ ਕਿ ਅਗਨੀ ਇੱਕ ਦੀਵਾਰ ਸੀ। chariots of fire ਅਸੀਂ ਦੇਖਦੇ ਹਾਂ ਕਿ ਅਗਨੀ ਦੇ ਰੱਥ that stood between Elisha and the Syrian army. ਅਸੀਂ ਦੇਖਦੇ ਹਾਂ ਕਿ ਉਹ ਜਿਹੜੀ ਸਵਰਗੀ ਫੌਜ ਆਈ ਸੀਗੀ ਉਹ ਇਲਾਸ਼ਾ ਤੇ ਜਿਹੜੀ ਆਰਾਮ ਦੀ ਫੌਜ ਸੀਗੀ ਉਹਦੇ ਵਿਚਕਾਰ ਖੜੀ ਸੀ। And nothing can pass through this wall unless God ordained it. ਉਸ ਜਿਹੜੀ ਦੀਵਾਰ ਸੀਗੀ ਆਤਮਿਕ ਫੌਜ ਉਹਦੇ ਵਿੱਚ ਦੀ ਕੋਈ ਵੀ ਲੰਘ ਨਹੀਂ ਸੀ ਸਕਦਾ ਜਿੰਨਾ ਚਿਰ ਪਰਮੇਸ਼ਰ ਨਾ ਹੋਣ ਦੇਵੇ ਤਾਂ। And the servant realized that God was with them. ਤੇ ਦਾਸ ਜਿਹੜਾ ਸੀਗਾ ਇਲਾਸ਼ਾ ਦਾ ਉਹ ਜਾਣਿਆ ਕਿ ਪਰਮੇਸ਼ਰ ਉਹਨਾਂ ਦੇ ਨਾਲ ਹੈ। And he was protecting them, and this calmed his fears. ਹਾਂ ਜ਼ਰੂਰ ਹੈ ਕਿ ਉਹ ਜੋ ਪਰਮੇਸ਼ਰ ਦੀ ਫੌਜ ਹੈਗੀ ਆ ਉਹਨੇ ਦੇਖੀ ਤਾਂ ਉਹਦਾ ਡਰ ਸੀਗਾ ਉਹ ਥੰਮ ਗਿਆ। The reason why fear grips us ਕਿਉਂ ਜਿਹੜਾ ਡਰ ਹੈ ਸਾਨੂੰ ਜਕੜ ਲੈਂਦਾ and controls us ਸਾਨੂੰ ਉਹ ਚਲਾਉਣ ਲੱਗ ਪੈਂਦਾ is because, like Elisha's servant, ਕਿਉਂਕਿ ਜਿਸ ਤਰ੍ਹਾਂ ਇਲਾਸ਼ਾ ਦਾ ਦਾਸ ਸੀਗਾ ਉਹਦੇ ਵਰਗੇ ਅਸੀਂ ਹੋ ਜਾਂਦੇ ਹਾਂ। our eyes are shut to spiritual realities. ਜੋ ਸਾਡੀਆਂ ਅੱਖਾਂ ਹਨ ਆਤਮਿਕ ਅਸਲੀਅਤ ਜੋ ਹੈ ਸੱਚਾਈ ਹੈ ਉਹਦੇ ਲਈ ਬੰਦ ਹੈ। We don't see with our physical eyes. ਅਸੀਂ ਆਪਣੀ ਜਿਹੜੀ ਸੰਸਾਰਿਕ ਅੱਖਾਂ ਆ ਸਰੀਰ ਦੀਆਂ ਅੱਖਾਂ ਆ ਉਹਨਾਂ ਦੇ ਨਾਲ ਨਹੀਂ ਦੇ ਸਕਦੇ। But God protects his people ਪਰਮੇਸ਼ਰ ਆਪਣੇ ਲੋਕਾਂ ਨੂੰ ਬਚਾ ਕੇ ਰੱਖਦਾ in different ways, and he may use angelic forces. ਬਹੁਤ ਫਰਕ ਤਰੀਕਿਆਂ ਨਾਲ ਬਚਾ ਕੇ ਰੱਖਦਾ ਹੋ ਸਕਦਾ ਕਿ ਆਤਮਿਕ ਫੌਜਾਂ ਨੂੰ ਇਸਤੇਮਾਲ ਕਰੇ। And we need to see this through the eyes of faith ਹਾਂ ਜ਼ਰੂਰ ਆ ਕਿ ਅਸੀਂ ਵਿਸ਼ਵਾਸੀਆਂ ਅੱਖਾਂ ਦੇ ਨਾਲ ਇਹਨੂੰ ਦੇਖੀਏ as it's revealed in God's word. ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਪ੍ਰਗਟ ਕੀਤਾ ਗਿਆ। Psalm 34 verse 6 and 7 says, the angel of the Lord encamps around those who fear him.
34 34, verse 6 and 7. ਜ਼ਬੂਰ 34 6 ਤੇ 7 ਦੇ ਵਿੱਚ ਦੱਸਿਆ ਕਿ ਪਰਮੇਸ਼ਰ ਦੀਆਂ ਅੱਖਾਂ ਜਿਹੜੀਆਂ ਆ ਉਹ ਆਲੇ ਦੁਆਲੇ ਆਪਣੇ ਲੋਕਾਂ ਦੇ ਲੱਗੀਆਂ ਰਹੀਆਂ। Whenever we are gripped by fear, ਜਿਸ ਵੇਲੇ ਅਸੀਂ ਡਰ ਦੇ ਜਕੜੇ ਜਾਂਦੇ ਆ, whenever the enemy, Satan, may try to create fear, ਜਿਸ ਵੇਲੇ ਦੁਸ਼ਮਣ ਜੋ ਸ਼ੈਤਾਨ ਹੈ ਉਹ ਸਾਡੇ ਵਿੱਚ ਡਰ ਪੈਦਾ ਕਰੇ, as we go through difficult circumstances, ਜਿਸ ਵੇਲੇ ਅਸੀਂ ਮੁਸ਼ਕਲਾਂ ਦੇ ਵਿੱਚ ਦੀ ਲੰਘਦੇ ਆ, open your eyes. ਆਪਣੀ ਅੱਖਾਂ ਖੋਲੋ, Think of this verse. ਇਸ ਆਇਤ ਦੇ ਬਾਰੇ ਸੋਚੋ, Fear not, ਨਾ ਡਰੋ, for those who are with us are more than those who are with them. ਜਿਹੜੇ ਸਾਡੇ ਨਾਲ ਹਨ ਉਹਨਾਂ ਨਾਲੋਂ ਜ਼ਿਆਦੇ ਹਨ ਜਿਹੜੇ ਉਹਨਾਂ ਦੇ ਵੱਲ ਹਨ। Brother, sister, if God is for us, ਭੈਣੋ ਤੇ ਭਰਾਵੋ, ਜੇ ਪਰਮੇਸ਼ਰ ਸਾਡੇ ਨਾਲ ਹੈ, who can be against us? ਸਾਡੇ ਵਿਰੋਧ ਕੌਣ ਹੋ ਸਕਦਾ? If God is on our side, ਜੇ ਪਰਮੇਸ਼ਰ ਸਾਡੇ ਵੱਲ ਹੈ, we are never outnumbered. ਫਿਰ ਅਸੀਂ ਵੀ ਕਿਸੇ ਵੀ ਗਿਣਤੀ ਤੋਂ ਘੱਟ ਨਹੀਂ ਹੈਗੇ ਕਿ ਅਸੀਂ ਵੱਧ ਹੈਗੇ ਸਮਾਂ। If you are a Christian, ਜੇ ਤੁਸੀਂ ਵਿਸ਼ਵਾਸੀ ਹੋ, nothing can come to your life. ਜੇ ਅਸੀਂ ਵਿਸ਼ਵਾਸੀ ਹਾਂ, ਕੋਈ ਵੀ ਚੀਜ਼ ਤੁਹਾਨੂੰ ਆ ਕੇ ਡਰਾ ਨਹੀਂ ਸਕਦੀ, ਆ ਨਹੀਂ ਸਕਦੀ Nothing ਤੁਹਾਡੇ ਲੱਗੇ। can penetrate that wall of fire ਉਹ ਜਿਹੜੀ ਅਗਨੀ ਦੀਵਾਰ ਹੈਗੀ ਆ ਉਹਦੇ ਵਿੱਚ ਦੀ ਕੋਈ ਵੀ ਲੰਘ ਕੇ ਤੁਹਾਡੇ ਕੋਲ ਨਾ ਆ unless ਸਕਦਾ, God allows it. ਜਿੰਨਾ ਚਿਰ ਪਰਮੇਸ਼ਰ ਨਾ ਹੋਣ ਦੇਵੇ। In other words, God is totally and completely sovereign and in control. ਹਾਂ, ਜਿਸ ਤੋਂ ਪਤਾ ਲੱਗਦਾ ਕਿ ਪਰਮੇਸ਼ਰ ਬਿਲਕੁਲ ਉਹ ਮਹਾਨ ਹੈ, ਸਰਬ ਸ਼ਕਤੀਮਾਨ ਹੈ ਤੇ ਕੋਈ ਵੀ ਉਹਦੇ ਹੁਕਮ ਤੋਂ ਬਗੈਰ ਕੁਝ ਨਹੀਂ And ਕਰ if ਸਕਦਾ। difficulties come, ਜ਼ਰੂਰ ਹੈ ਕਿ ਮੁਸ਼ਕਲਾਂ ਆਉਣਗੀਆਂ, it's only because God ordains it for a good reason. ਉਹ ਪਰਮੇਸ਼ਰ ਹੋਣ ਦਿੰਦਾ ਕਰਕੇ ਕਿਸੇ ਚੰਗੇ ਕੰਮ ਦੇ ਲਈ ਤਾਂ ਹੁੰਦਾ। Forgive me if I use a personal illustration. ਮਾਫ ਕਰਨਾ ਮੈਂ ਜੇ ਮੈਂ ਖੁਦੀ ਦੀ ਗੱਲ ਕਰਦਾ ਹਾਂ। I've not shared this widely. I have shared it with the congregation. ਮੈਂ ਬਹੁਤ ਸਾਰੇ ਲੋਕਾਂ ਦੇ ਵਿੱਚ ਤਾਂ ਨਹੀਂ ਵੰਡੀ, ਸਿਰਫ ਚਰਚ ਦੇ ਵਿੱਚ ਇਹ ਗੱਲ ਵੰਡੀ ਹੈ। But this is more of a personal testimony ਇਹ ਜ਼ਰੂਰ ਹੈ ਕਿ ਆਪਣੀ ਖੁਦੀ ਦੀ ਇੱਕ ਸਾਖੀ ਹੈ of fears that I had in ਜਿਹੜੇ a ਮੇਰੇ certain ਕੋਲ ਆਪਣੇ ਖੁਦ ਦੇ situation. ਡਰ ਸੀ। When I worked for the local authority in Stafford, ਸਟੈਫਰਡ ਦੇ ਵਿੱਚ ਜਿਸ ਵੇਲੇ ਮੈਂ ਕਾਉਂਸਲ ਦੇ ਲਈ ਕੰਮ ਕਰਦਾ ਸੀ, in housing management, this was going back about sort of 24 years now. ਹੋ ਸਕਦਾ 24 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਜਿਸ ਵੇਲੇ ਕਾਉਂਸਲ ਦੇ ਲਈ ਮੈਂ ਘਰਾਂ ਦੇ ਵਿੱਚ ਘਰਾਂ ਦੇ ਮਹਿਕਮੇ 'ਚ ਕੰਮ ਕਰਦਾ ਸੀ। The local authority put me on a case ਲੋਕਲ ਅਥਾਰਟੀ ਨੂੰ ਇੱਕ ਜੁਮਾ ਦਿੱਤਾ where they wanted a particular person to be removed from a property because they wanted to convert that property from 2 separate flats into one house. ਉਹਨਾਂ ਨੇ ਇਹ ਮੈਨੂੰ ਭੇਜਿਆ ਉਸ ਜਗ੍ਹਾ ਤੇ, ਉਸ ਘਰ ਦੇ ਵਿੱਚ ਜਿੱਥੇ ਰਹਿੰਦੇ ਸੀਗੇ, ਉਹ ਕਿਰਾਏ ਤੇ ਚਾੜਿਆ ਹੋਇਆ ਸੀਗਾ, 2 ਫਲੈਟਾਂ ਸੀਗੀਆਂ, ਉਹ ਫਲੈਟਾਂ 2 ਇੱਕ ਬੰਦ ਕਰਕੇ ਇੱਕ ਘਰ ਬਣਾਉਣਾ ਚਾਹੁੰਦੇ ਸੀ। The tenant who lived at the bottom, he refused to move. ਜਿਹੜਾ ਇੱਕ ਥੱਲੇ ਦੇ ਕਮਰੇ 'ਚ ਕਿਰਾਏ ਤੇ ਰਹਿੰਦਾ ਸੀਗਾ, ਉਹਨੇ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਜਾਣਾ। And so the council started eviction proceedings against him. ਫਿਰ ਉਹ ਕਾਉਂਸਲ ਨੇ ਕੀ ਕੀਤਾ ਕਿ ਉਹਨੇ ਕੋਰਟ ਦੇ ਜਿਹੜੇ ਪੇਪਰ ਸੀ ਉਹ ਭੇਜੇ। And I came onto the case during the latter stages. ਬਾਅਦ ਦੇ ਵਿੱਚ ਜਦੋਂ ਆਖਰੀ ਤੱਕ ਪਹੁੰਚ ਗਏ ਤੇ ਉਸ ਵੇਲੇ ਭਾਈ ਜੱਜੀ ਨੂੰ ਜ਼ਿੰਮੇਵਾਰੀ ਦਿੱਤੀ ਕਿ ਤੂੰ ਜਾ ਕੇ ਇਹਦਾ ਨਿਬੇੜਾ A ਕਰ। few weeks before the eviction, ਪਹਿਲਾਂ ਉਹਨੂੰ 2 ਹਫ਼ਤੇ ਕੱਢਣ ਤੋਂ ਪਹਿਲਾਂ he came to see me in the area office ਇਹਨਾਂ ਦੇ ਦਫ਼ਤਰ ਦੇ ਵਿੱਚ ਆਇਆ। and he said, "Please don't evict me." ਉਹਨੇ ਆ ਕੇ ਮਿਹਨਤ ਕੀਤੀ ਕਿ ਮੈਨੂੰ ਨਾ ਕਰੋ ਬਾਹਰ And he was fine with me. We got on. ਤੇ ਉਹ ਮੇਰੇ ਨਾਲ ਠੀਕ ਠਾਕ ਉਹਦੀ ਬੋਲੀ ਚੱਲੀ ਸੀ। And I said, "Look, it's not my choice, but this is the decision the council have made. But if you don't move, you will be evicted." ਤੇ ਉਹਨੇ ਮੇਰੇ ਨਾਲ ਗੱਲਬਾਤ ਦੇ ਵਿੱਚ ਇਹ ਗੱਲ ਕੀਤੀ ਕਿ ਹਾਂ ਕਿ ਮੈਨੂੰ ਘਰ ਨਾ ਘਰੋਂ ਬਾਹਰ ਨਾ ਕੱਢ, ਪਰ ਇਹਨੇ ਕਿਹਾ ਕਿ ਹਾਂ ਕਿ ਮੇਰਾ ਇਹ 'ਚ ਕੋਈ ਦਖਲ ਨਹੀਂ, ਮੇਰਾ ਕੋਈ ਦਖਲ ਨਹੀਂ ਹੈਗਾ ਕਿਉਂਕਿ ਕਾਉਂਸਲ ਨੇ ਇਹ ਫੈਸਲਾ ਕੀਤਾ ਤੈਨੂੰ ਬਾਹਰ ਕੱਢਣ ਦੇ ਲਈ। Yeah, so they wanted to relocate him and give him another flat, but he wanted to stay where he was. ਉਹ ਉਸੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਸੀਗਾ, ਪਰ ਕਾਉਂਸਲ ਨੇ ਉਹਨੂੰ ਹੋਰ ਜਗ੍ਹਾ ਦਿੱਤੀ ਸੀ ਰਹਿਣ ਵਾਸਤੇ, ਪਰ ਉਹ ਇਨਕਾਰ ਕਰਦਾ ਸੀ। So the day of the eviction came, ਉਹ ਦਿਨ ਆਇਆ ਕਿ ਜਿਸ ਦਿਨ ਉਹਨੂੰ ਘਰੋਂ ਬਾਹਰ ਕੱਢਣਾ ਸੀ। and we were expecting trouble. ਅਸੀਂ ਆਸ ਰੱਖਦੇ ਸੀ ਕਿ ਉਹਨੇ ਬਹੁਤ ਸਾਰੇ ਮੁਸ਼ਕਲ ਪੈਦਾ ਕਰਨੀ। So the bailiff came, the police came. ਪੁਲਿਸ ਆਈ ਤੇ ਕਾਉਂਸਲ ਵਾਲੇ ਆਏ। To cut a long story short, ਵੱਡੀ ਸਟੋਰੀ ਨੇ ਸੁਣਾਉਣ ਨਾਲ he ਸ਼ੁਰੂ ਕਰਦੇ ਹਾਂ। exploded, he put up a fight, and 6 police officers had to arrest him. We were so strong. ਉਹ ਬਹੁਤ ਤਕੜਾ ਸੀਗਾ, ਜੋਰਾਵਰ ਸੀਗਾ, ਉਹਨੇ ਲੜਾਈ ਸ਼ੁਰੂ ਕਰ ਦਿੱਤੀ। 6 ਪੁਲਿਸਮੈਨ ਜਿਹੜੇ ਸੀਗੇ, 6 ਸਿਪਾਹੀ ਸੀਗੇ, 6 ਸਿਪਾਹੀਆਂ ਉਹਨੂੰ ਕਬਜ਼ਾ ਕੀਤਾ। I went to the eviction, representing the council with my boss, and during the eviction, he looked at me and he said, "It's all his fault."
ਜਿਸ ਵੇਲੇ ਉਹਨੂੰ ਪੁਲਿਸ ਮੈਨ ਨੇ ਫੜ ਲਿਆ ਸੀਗਾ ਤੇ ਇਹ ਆਪਣੇ ਮਾਲਕ ਦੇ ਨਾਲ ਗਿਆ ਜਿਹੜਾ ਇਹਨਾਂ ਦਾ ਮੈਨੇਜਰ ਸੀਗਾ ਤੇ ਉਹਨੇ ਦੇਖ ਕੇ ਕਿਹਾ ਇਹਦੀ ਵੱਲ ਇਸ਼ਾਰਾ ਕੀਤਾ ਕਿ ਜੱਜੀ ਤੇਰੀ ਗਲਤੀ ਹੈਗੀ ਆ ਤੇਰੀ ਤੂੰ ਜ਼ਿੰਮੇਵਾਰ ਹੈ ਇਹਦਾ Anyway, he was arrested, put in a cell, and the next day he was released. ਹਾਂ ਜ਼ਰੂਰ ਹੈ ਕਿ ਪੁਲਿਸ ਉਹਨੂੰ ਲੈ ਗਈ ਪੁਲਿਸ ਸਟੇਸ਼ਨ ਤੇ ਉਹਨੂੰ ਰਾਤ ਰੱਖਿਆ ਤੇ ਫਿਰ ਉਹਨੂੰ ਬਾਹਰ ਕੱਢ ਦਿੱਤਾ And the council moved his stuff into another flat. ਤੇ ਉਹਦਾ ਜਿਹੜਾ ਸਮਾਨ ਸੀਗਾ ਕਾਉਂਸਲ ਵਾਲੇ ਦੂਸਰੇ ਘਰ 'ਚ ਛੱਡ ਆਏ Rumors were flying around that he was upset with me. ਤੇ ਇਹ ਗੱਲ ਇਹ ਫੈਲਣ ਗਈ ਕਿ ਹਾਂ ਕਿ ਜੱਜੀ ਦੇ ਨਾਲ ਉਹ ਬਹੁਤ ਨਿਰਾਸ਼ ਹੈ And one of the ladies in our office, she went out and she phoned in to say, don't come out of the building, she said to me, because he's outside the building waiting for you with a black bag. ਤੇ ਇੱਕ ਔਰਤ ਨੇ ਮੈਨੂੰ ਟੈਲੀਫੋਨ ਕੀਤਾ ਦੱਸਿਆ ਕਿ ਉਹ ਜਿਹੜਾ ਆਦਮੀ ਹੈ ਉਹ ਬਾਹਰ ਖੜਾ ਹੈਗਾ ਬਲੈਕ ਬੈਗ ਲੈ ਕੇ ਕਾਲਾ ਬੈਗ ਲੈ ਕੇ ਤੂੰ ਬਾਹਰ ਨਾ ਜਾਈਂ Eventually he left and I went home. ਤੇ ਬਾਅਦ ਦੇ ਵਿੱਚ ਉਹ ਜਿਸ ਵੇਲੇ ਚਲਾ ਗਿਆ ਤੇ ਬਾਅਦ ਦੇ ਵਿੱਚ ਉਸ ਤੋਂ ਬਾਅਦ ਫਿਰ ਜੱਜੀ ਆਪਣੇ ਘਰ ਗਿਆ The next day I didn't go into work, ਦੂਸਰੇ ਦਿਨ ਮੈਂ ਕੰਮ ਤੇ ਨਹੀਂ ਗਿਆ but he came into the office, ਉਹ ਜ਼ਰੂਰ ਆਫਿਸ ਦੇ ਵਿੱਚ ਆਇਆ in the area office, and he came with a pickaxe. ਤੇ ਫਿਰ ਉਹ ਇੱਕ ਕੁਹਾੜਾ ਲੈ ਕੇ ਆਇਆ And he smashed the reception area. ਉਹ ਰਿਸੈਪਸ਼ਨ ਜਿੱਥੇ ਜਾ ਕੇ ਪਹਿਲਾਂ ਗੱਲਬਾਤ ਕਰੀਦੀ ਉਹ ਸਾਰਾ ਕੁਝ ਤੋੜ ਦਿੱਤਾ He went into the back of the office looking for me. He says, where's Mr. Ram? I'm going to kill him. ਫਿਰ ਇਹਦੇ ਦਫ਼ਤਰ ਜੱਜੀ ਦੇ ਦਫ਼ਤਰ 'ਚ ਗਿਆ ਉੱਥੇ ਜਾ ਕੇ ਦੇਖਿਆ ਕਿੱਥੇ ਹੈਗਾ ਤੇ ਉੱਥੇ ਜਾ ਕੇ ਉਹ ਜਿਹੜਾ ਕੁਹਾੜਾ ਸੀਗਾ ਉਹਦੇ ਨਾਲ ਸਾਰਾ ਕੁਝ ਉਹਦੇ ਬਰਬਾਦ ਕਰ ਦਿੱਤਾ He destroyed all the computers, causing £20,000 worth of damage. 20,000 ਦੇ ਉੱਥੇ ਕੰਪਿਊਟਰ ਪਏ ਸੀਗੇ ਤੇ ਬਹੁਤ 20,000 ਦਾ ਨੁਕਸਾਨ ਕੀਤਾ ਕੰਪਿਊਟਰ ਜਿਹੜੇ ਸੀਗੇ ਸਾਰੇ ਉਹਨੇ ਕੁਹਾੜੇ ਦੇ ਨਾਲ ਤੋੜ ਦਿੱਤੇ If I went to work that day, I would not be preaching here today. ਜੇ ਉਸ ਦਿਨ ਮੈਂ ਕੰਮ ਤੇ ਚਲੇ ਜਾਂਦਾ ਤੇ ਅੱਜ ਮੈਂ ਇੱਥੇ ਖੜ ਕੇ ਪ੍ਰਚਾਰ ਨਹੀਂ ਸੀ ਕਰਨਾ All the people in the office managed to escape into a bulletproof area for safety. ਤੇ ਬਾਕੀ ਦੇ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਸੀਗੇ ਉਹ ਇੱਕ ਜਗ੍ਹਾ ਜਿੱਥੇ ਸੁਰੱਖਿਆ ਦੇ ਵਿੱਚ ਜਾ ਕੇ ਜਿੱਥੇ ਕਿ ਗੋਲੀ ਵੀ ਲੰਘ ਨਹੀਂ ਸੀ ਸਕਦੀ ਉੱਥੇ ਜਾ ਕੇ ਸਾਰੇ ਲੁਕ ਗਏ ਬੈਠ ਗਏ He was arrested and then he was imprisoned for 2 years. ਉਹਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਫਿਰ ਕਚਹਿਰੀ ਨੇ 2 ਸਾਲ ਦੀ ਸਜ਼ਾ ਸੁਣਾਈ ਜੇਲ੍ਹ ਦੇ ਵਿੱਚ Even from prison, he sent me letters to say, when I come back out, I'm going to kill you. ਉਹਨੂੰ ਫਿਰ ਵੀ ਖਤ ਭੇਜੇ ਜੇਲ੍ਹ ਦੇ ਵਿੱਚੋਂ ਕਿ ਹਾਂ ਕਿ ਜਦੋਂ ਮੈਂ ਬਾਹਰ ਆਵਾਂਗਾ ਤੇ ਤੋਂ ਬਦਲਾ ਲਵਾਂਗਾ So after 9 months, he got out due to good behavior. ਉਹ ਜੇਲ੍ਹ ਦੇ ਵਿੱਚ ਅੱਛਾ ਉਹਦਾ ਵਰਤੋਂ ਚੰਗੀ ਤਰ੍ਹਾਂ ਉਹਦਾ ਸੁਭਾਅ ਸੀਗਾ ਇਸ ਕਾਰਨ ਉਹਨੂੰ ਛੇਤੀ ਕੱਢ ਦਿੱਤਾ So the housing director had me move from the area office to the main civic offices for my safety. ਤੇ ਉਹਨੂੰ ਜਗ੍ਹਾ ਬਦਲ ਦਿੱਤੀ He changed my car. I had a company car, so he wouldn't recognize my car. ਇਹਨਾਂ ਦੀ ਜੱਜੀ ਦੇ ਕੋਲ ਕੰਪਨੀ ਕਾਰ ਸੀਗੀ ਉਹ ਵੀ ਬਦਲ ਦਿੱਤੀ ਤਾਂ ਕਿ ਉਹ ਕਾਰ ਨੂੰ ਪਛਾਣ ਨਾ ਸਕੇ And when the tenant came out of prison, ਜਿਸ ਵੇਲੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ fear gripped me. ਜੱਜੀ ਨੂੰ ਵੀ ਡਰ ਨੇ ਜਕੜ ਲਿਆ ਫੜ ਲਿਆ I didn't go anywhere. ਮੈਂ ਕਿਤੇ ਨਹੀਂ ਗਿਆ I used to go to work, get in my car, go in straight into the office, and that was it. Didn't go anywhere. ਇਸ ਤਰ੍ਹਾਂ ਸੀ ਕਿ ਮੈਂ ਕਾਰ ਦੇ ਵਿੱਚ ਬੈਠ ਕੇ ਕੰਮ ਤੇ ਜਾਂਦਾ ਸੀਗਾ ਦਫ਼ਤਰ 'ਚ ਸਿੱਧਾ ਜਾਂਦਾ ਸੀਗਾ ਦਫ਼ਤਰ 'ਚੋਂ ਕਾਰ ਦੇ ਵਿੱਚ ਬੈਠ ਕੇ ਘਰ ਆਉਂਦਾ ਸੀਗਾ ਹੋਰ ਕਿਤੇ ਨਹੀਂ ਸੀ ਜਾਂਦਾ The civic offices were in Stafford Town Centre, and usually I used to go for a walk during my lunch break, but I didn't go anywhere. ਸਟੈਫਰਡ ਦੇ ਟਾਊਨ ਸੈਂਟਰ ਦੇ ਵਿੱਚ ਸੀਗਾ ਇਹਨਾਂ ਦਾ ਦਫ਼ਤਰ ਤੇ ਬਾਹਰ ਇਹ ਜਿਸ ਵੇਲੇ ਖਾਣੇ ਦਾ ਸਮਾਂ ਹੁੰਦਾ ਸੀਗਾ ਖਾ ਕੇ ਪਰ ਤੁਰਨ ਫਿਰਨ ਜਾਂਦੇ ਸੀਗੇ ਇਹ ਬਾਹਰ ਵੀ ਨਿਕਲਣ ਬੰਦ ਹੋ ਗਿਆ I was gripped with fear, ਮੈਨੂੰ ਡਰ ਨੇ ਫੜ ਲਿਆ ਸੀਗਾ ਘੇਰ ਲਿਆ ਸੀ even in my car. ਕਾਰ ਦੇ ਵਿੱਚ ਵੀ ਮੈਨੂੰ ਡਰ I'd ਲੱਗਦਾ be ਸੀ constantly looking over my shoulders. ਹਾਂ ਜ਼ਰੂਰ ਰਹਿ ਕੇ ਆਲੇ ਦੁਆਲੇ ਮੈਂ ਦੇਖਦਾ ਸੀਗਾ ਆਪਣੇ ਪਿੱਛੇ ਦੇਖਦਾ ਸੀਗਾ Fear gripped me. ਡਰ ਨੇ ਮੈਨੂੰ ਜਕੜ ਲਿਆ ਫੜ ਲਿਆ I was paralyzed. ਹਾਂ ਜ਼ਰੂਰ ਹੈ ਕਿ ਮੈਂ ਕਮਜ਼ੋਰ ਹੋ ਗਿਆ ਜਿਸ ਤਰ੍ਹਾਂ ਕਿ ਮੈਨੂੰ ਦਰੰਗ ਹੋ ਗਿਆ And this continued for a whole week. ਇੱਕ ਹਫ਼ਤਾ ਇਸ ਤਰ੍ਹਾਂ ਮੈਂ ਨਾ ਹੋਇਆ But then I had to come to the point ਇੱਕ ਜਗ੍ਹਾ ਤੇ ਮੈਨੂੰ ਫੈਸਲਾ ਕਰਨਾ where I ਪਿਆ had to let go of my fears and trust God. ਹਾਂ ਕਿ ਉਹ ਸਮਾਂ ਆਇਆ ਕਿ ਜਿਸ ਵੇਲੇ ਮੈਂ ਆਪਣੇ ਡਰ ਨੂੰ ਛੱਡ ਕੇ ਪਰਮੇਸ਼ਰ ਤੇ ਭਰੋਸਾ ਕਰਾਂ I remember going out with my manager for the first time, my boss. ਇਹਨਾਂ ਦਾ ਜਿਹੜਾ ਮਾਲਕ ਸੀਗਾ ਇਹਨਾਂ ਦਾ ਮੈਨੇਜਰ ਸੀਗਾ ਉਹਦੇ ਨਾਲ ਪਹਿਲੀ ਵਾਰ ਉਹਨੂੰ ਨਾਲ ਲਾ ਕੇ ਗਿਆ ਆਪਣੇ ਦਫ਼ਤਰ ਚੋਂ ਬਾਹਰ Because he too was threatened, so the two of us, he said, look, we're going to go out. ਤੇ ਉਹਨੂੰ ਵੀ ਧਮਕੀ ਦਿੱਤੀ ਸੀ ਹਮੇ ਤੇਤੋਂ ਵੀ ਬਦਲਾ ਲੈਣਾ ਫਿਰ ਦੋਨੇ ਇਹ ਰਲ ਕੇ ਬਾਹਰ ਆਪਣੇ ਆਫਿਸ ਦੇ ਵਿੱਚੋਂ ਗਏ And so we walked around the town just to build our confidence up. ਤਾਂ ਹਾਂ ਇਹ ਬਾਹਰ ਜੇ ਸ਼ਹਿਰ ਦੇ ਵਿੱਚ ਘੁੰਮਣ ਲੱਗੇ ਆਲੇ ਦੁਆਲੇ ਦੁਕਾਨਾਂ ਦੇ ਆਲੇ ਦੁਆਲੇ ਤਾਂ ਕਿ ਇਹਨਾਂ ਦੇ ਜਿਹੜੇ ਦਲੇਰੀ ਹੈਗੀ ਆ ਉਹ ਵਾਧਾ ਕਰੇ And then I started going out on my own during my lunch break. ਫਿਰ ਖਾਣ ਦੇ ਵੇਲੇ ਇਹ ਬਾਹਰ ਜਾਣ ਲੱਗ ਪਏ And slowly, bit by bit, I moved from fear to faith.
ਹਾਂ ਕਿ ਹੌਲੀ ਹੌਲੀ ਉਸ ਡਰ ਤੋਂ ਮੈਂ ਨਿਕਲਣਾ ਸ਼ੁਰੂ ਕੀਤਾ ਤਾਂ ਕਿ ਉਧਰ ਨੂੰ ਮੁੜਾਂ ਕਿ ਜਿੱਥੇ ਮੇਰਾ ਵਿਸ਼ਵਾਸ ਆ ਉਹ ਵਾਧਾ ਕਰੇ। I realized that my life was totally in God's hands. ਤੇ ਫਿਰ ਮੈਂ ਜਾਣ ਲਿਆ ਕਿ ਹਾਂ ਕਿ ਜਿਹੜਾ ਮੇਰਾ ਜੀਵਨ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ, ਬਿਲਕੁਲ ਉਹਦੇ ਹੱਥ ਵਿੱਚ। And nothing could harm me unless God wills it. ਮੈਨੂੰ ਕੋਈ ਵੀ ਚੀਜ਼ ਨੁਕਸਾਨ ਨਹੀਂ ਪਹੁੰਚਾ ਸਕਦੀ ਜਿੰਨਾ ਚਿਰ ਪਰਮੇਸ਼ਰ ਨਾ ਹੋਣ ਦੇਵੇ। And I had to totally trust God ਹਾਂ ਬਿਲਕੁਲ ਮੈਨੂੰ ਪਰਮੇਸ਼ਰ ਤੇ ਭਰੋਸਾ ਕਰਨਾ ਸੀ। and realize that there are more that are with me than those who want to harm me. ਹਾਂ ਫਿਰ ਮੈਂ ਜਾਣ ਲਿਆ ਕਿ ਜੋ ਮੇਰੇ ਨਾਲ ਹਨ ਉਹਨਾਂ ਨਾਲੋਂ ਵੱਧ ਹਨ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ I ਹਨ। remember in those days I thought of King David and how Saul used to hunt him and wanted to kill him and how God protected him. ਤਾਂ ਮੈਨੂੰ ਇਹ ਯਾਦ ਆਇਆ ਦਾਊਦ ਦੇ ਬਾਰੇ ਕਿਸ ਤਰ੍ਹਾਂ ਸੌਲ ਰਾਜਾ ਜਿਹੜਾ ਸੀਗਾ ਉਹਦੇ ਮਗਰ ਪਿਆ ਹੋਇਆ ਸੀਗਾ ਮਾਰਨੇ ਦੇ ਲਈ ਕਿ ਹਾਂ ਕਿ ਪਰਮੇਸ਼ਰ ਨੇ ਉਸ ਵੇਲੇ ਦਾਊਦ ਨੂੰ ਕਿਸ ਤਰ੍ਹਾਂ ਬਚਾ And I thought the same God can protect me. ਤੇ ਉਹੋ ਹੀ ਪਰਮੇਸ਼ਰ ਮੈਨੂੰ ਬਚਾ ਕੇ ਰੱਖ ਸਕਦਾ। And if I die, ਜੇ ਮੈਂ ਮਰ ਵੀ ਜਾਵਾਂ it's only because God wills it. ਉਹ ਤਾਂ ਹੀ ਹੋ ਸਕਦਾ ਜੇ ਪਰਮੇਸ਼ਰ ਦੀ ਮਰਜ਼ੀ ਹੋਵੇ ਤਾਂ। And I'll go to heaven quicker. ਫਿਰ ਮੈਂ ਛੇਤੀ ਸਵਰਗ ਜਾਵਾਂਗਾ। But slowly I learned to overcome my fears. ਹੌਲੀ ਹੌਲੀ ਮੈਂ ਆਪਣੇ ਡਰ ਦੇ ਉੱਤੇ ਜਿੱਤ ਪਾਉਣੀ ਸਿੱਖ ਲਈ। I realized that there are more that are with me than those who are against me. ਮੈਂ ਇਹ ਜਾਣ ਲਿਆ ਕਿ ਜਿਹੜੇ ਮੇਰੇ ਨਾਲ ਹਨ ਉਹਨਾਂ ਨਾਲੋਂ ਜ਼ਿਆਦਾ ਹਨ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। And I'm sure when I get to heaven, if I get to see a video replay of what happened, ਤੇ ਜੇ ਮੈਂ ਸਵਰਗ ਜਾਵਾਂ ਜਾ ਕੇ ਉਹ ਵੀਡੀਓ ਤਾਂ ਆਪਣੀ ਤਸਵੀਰ ਦੇਖਾਂ ਕਿ ਹਾਂ ਕਿ ਮੇਰੇ ਨਾਲ ਕੀ ਹੋ ਰਿਹਾ ਸੀਗਾ। I'm sure I'll discover that the Lord protected me in ways that I wasn't even aware of. ਫਿਰ ਮੈਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਮੈਨੂੰ ਬਚਾ ਕੇ ਰੱਖਿਆ ਉਸ ਵੇਲੇ ਕਿ ਜਿਹੜਾ ਜਿਸ ਵੇਲੇ ਮੈਂ ਜਾਣਿਆ ਇਸ ਗੱਲ ਦਾ ਜਾਣ ਨਹੀਂ ਸੀ। Elisha prayed. ਇਲਾਇਸ਼ਾ ਨੇ ਪ੍ਰਾਰਥਨਾ ਕੀਤੀ। Open his eyes. ਇਸ ਦਾਸ ਦੀਆਂ ਅੱਖਾਂ ਖੋਲ ਪ੍ਰਭੂ। And I pray for you ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ and for me ਆਪਣੇ ਲਈ ਪ੍ਰਾਰਥਨਾ ਕਰਦਾ that the Lord will open our eyes and our understanding, ਤਾਂ ਕਿ ਪਰਮੇਸ਼ਰ ਸਾਡੀਆਂ ਅੱਖਾਂ ਖੋਲੇ ਤੇ ਸਾਡੀ ਸਮਝ ਖੋਲੇ, that we will overcome FOGO, the fear of going out, ਤਾਂ ਕਿ ਅਸੀਂ ਫੋਗੋ ਦੇ ਉੱਤੇ ਜਿਹੜਾ ਕਿ ਬਾਹਰ ਜਾਣ ਤੋਂ ਡਰ ਲੱਗਦਾ ਅਸੀਂ ਉਹਦੇ ਉੱਤੇ ਜਿੱਤ ਪਾਈਏ। or FOGTEC, the fear of going to church, ਅਸੀਂ FOGTOC, ਫੋਗ ਟੌਪ ਤੇ ਅਸੀਂ ਵੀ ਜਿੱਤ ਪਾਈਏ ਤਾਂ ਜਿਹਦਾ ਡਰ ਹੈਗਾ ਕਿ ਅਸੀਂ ਚਰਚ ਜਾਣ ਤੋਂ ਡਰਦੇ ਹਾਂ। or maybe other fears. ਹੋ ਸਕਦਾ ਹੋਰ ਡਰ ਬਹੁਤ ਸਾਰੇ ਹੋਣ। When we are faced with fears, ਜਿਸ ਵੇਲੇ ਅਸੀਂ ਡਰਾਂ ਦੇ ਨਾਲ ਘੇਰੇ ਹੋਏ we ਹਾਂ need to pray that the eyes of our understanding will be opened so we will have understanding from the word of God. ਹਾਂ ਕਿ ਪ੍ਰਾਰਥਨਾ ਕਰੀਏ ਕਿ ਤਾਂ ਕਿ ਸਾਡੀਆਂ ਜਿਹੜੀਆਂ ਅੱਖੀਆਂ ਖੋਲੀਆਂ ਜਾਣ ਤਾਂ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਅਸੀਂ ਪਛਾਣ ਸਕੀਏ ਜਾਣ ਸਕੀਏ ਜਿੱਤ ਪਾਉਣ ਲਈ ਡਰ ਦੇ That ਉੱਤੇ। those who are with us are more than those who are with them. ਜਿਹੜੇ ਸਾਡੇ ਨਾਲ ਹਨ ਸਾਡੇ ਵੱਲ ਹਨ ਉਹਨਾਂ ਨਾਲੋਂ ਜ਼ਿਆਦੇ ਹਨ ਜਿਹੜੇ ਸਾਡੇ ਖਿਲਾਫ ਹਨ। The whole of heaven is with us. ਸਾਰੇ ਦਾ ਸਾਰਾ ਸਵਰਗ ਸਾਡੇ ਨਾਲ ਹੈ। God himself is with us. ਸਾਡੇ ਨਾਲ ਪਰਮੇਸ਼ਰ ਆਪ ਖੁਦ ਹੈ। He will not allow anything to harm you unless he wills it for his purpose. ਕੋਈ ਵੀ ਸਾਡਾ ਪਰਮੇਸ਼ਰ ਨੁਕਸਾਨ ਨਹੀਂ ਹੋਣ ਦੇਵੇਗਾ ਜਿੰਨਾ ਚਿਰ ਉਹਦੀ ਮਰਜ਼ੀ ਨਾ ਹੋਵੇ ਤਾਂ। Therefore I urge you, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ do not fear. ਨਾ ਡਰੋ, Trust the Lord. ਪ੍ਰਭੂ ਤੇ ਭਰੋਸਾ ਰੱਖੋ, Start taking small steps ਛੋਟੇ ਛੋਟੇ ਕਦਮ ਚੱਕੋ to do things. ਕੁਝ ਕਰਨੇ And ਵਾਸਤੇ। small steps will lead to bigger steps. ਜੇ ਅਸੀਂ ਛੋਟੇ ਛੋਟੇ ਕਦਮ ਚੱਕਾਂਗੇ ਅਸੀਂ ਵੱਡੇ ਵੱਡੇ ਕਦਮ ਵੀ ਚੱਕ But we ਸਕਦੇ ਹਾਂ। have to do it. ਸਾਨੂੰ ਕਰਨਾ ਪੈਣਾ, It won't just happen. ਇਹ ਐਵੇਂ ਨਹੀਂ ਹੋ ਜਾਣਾ। So as lockdown eases tomorrow, ਜਿਸ ਵੇਲੇ ਕੱਲ 12 ਤਰੀਕ ਨੂੰ ਖੁੱਲਦਾ ਹੈ ਅਪ੍ਰੈਲ ਨੂੰ start making changes. ਬਦਲਣਾ ਸ਼ੁਰੂ ਹੋਵੋ। Yes, take care, take ਹਾਂ precautions, ਜ਼ਰੂਰ ਹੈ ਕਿ ਤੁਸੀਂ ਆਪਣੀ ਬਚਾਓ ਕਰੋ, ਸੁਰੱਖਿਆ ਕਰੋ। but we need to learn to overcome our fears. ਜ਼ਰੂਰ ਹੈ ਕਿ ਅਸੀਂ ਆਪਣੇ ਡਰ ਦੇ ਉੱਤੇ ਸਿੱਖ ਲਈਏ ਜਿੱਤ ਪਾਉਣੀ। Because those who are with us ਜਿਹੜੇ ਸਾਡੇ ਵੱਲ ਹਨ are more than those who are against us. ਉਹਨਾਂ ਨਾਲੋਂ ਜ਼ਿਆਦਾ ਹਨ ਜਿਹੜੇ ਸਾਡੇ ਖਿਲਾਫ ਹਨ। Amen. ਆਮੀਨ। We will now close the meeting with our final hymn, and after that we will close with a word of prayer. ਅਸੀਂ ਆਖਰੀ ਗੀਤ ਗਾ ਕੇ ਅਸੀਂ ਪ੍ਰਾਰਥਨਾ ਦੇ ਦੁਆਰਾ ਮੀਟਿੰਗ ਬੰਦ ਕਰਾਂਗੇ। मैं यीशु के साथ नूर में चलूंगा, दिनों रात उसके पीछे मैं चलूंगा, नूर
यीशु के साथ नूर में चलूंगा, वो अंधेरी रात में न डरूंगा, पैर उठाऊंगा दिल से गाऊंगा, यीशु मेरा मुझे मसलूम। चलते चलते नूर में यीशु के साथ, चलते चलते थामते यीशु के हाथ, नूर में मैं रहूंगा, फतह पाऊंगा, मैं नूर में चलता चलूंगा। मैं यीशु के साथ नूर में चलूंगा, जब कभी आवाज उसकी सुनूंगा, उसे कहूंगा तुझे सब दूंगा, यीशु मेरा मुझे मसलूम। चलते चलते नूर में यीशु के साथ, चलते चलते थामते यीशु के हाथ, नूर में मैं रहूंगा, फतह पाऊंगा, मैं नूर में चलता चलूंगा। मैं यीशु के साथ नूर में चलूंगा, थकते थकते रोज मदद पाऊंगा, रंजा खुशी हो नसीब हो, यीशु मेरा मुझे मसलूम। चलते चलते नूर में यीशु के साथ, चलते चलते थामते यीशु के हाथ, नूर में मैं रहूंगा, फतह पाऊंगा, मैं नूर में चलता चलूंगा। मैं यीशु के साथ नूर में चलूंगा, अपनी आँख उसकी तरफ लगाऊंगा, हाथ में है सलीब, झंडा है अजीब, यीशु मेरा मुझे मसलूम। चलते चलते नूर में यीशु के साथ, चलते चलते थामते यीशु के हाथ, नूर में मैं रहूंगा, फतह पाऊंगा, मैं नूर में चलता चलूंगा। Let's close with prayer. ਪ੍ਰਾਰਥਨਾ ਦੇ ਵਿੱਚ ਅਸੀਂ ਬੰਦ ਕਰੀਏ। Eternal and mighty Father in heaven, ਸਵਰਗ ਦੇ ਵਿੱਚ ਸਰਵ ਸ਼ਕਤੀਮਾਨ ਅਨੰਤ ਪਰਮੇਸ਼ਵਰ, Lord, we are living in a world that is gripped with fear. ਪ੍ਰਭੂ ਅਸੀਂ ਇਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿਹੜੀ ਕਿ ਡਰ ਦੇ ਨਾਲ ਜਕੜੀ ਹੋਈ ਆ। But God, we praise you ਪ੍ਰਭੂ ਤੇਰੀ ਮਹਿਮਾ ਕਰਦੇ ਹਾਂ, ਤੇਰੇ ਅੱਗੇ ਪ੍ਰਾਰਥਨਾ ਕਰਦੇ ਹਾਂ that the one who's greater than our fears is with us. ਜਿਹੜਾ ਸਾਡੇ ਡਰ ਨਾਲੋਂ ਮਹਾਨ ਹੈ ਉਹ ਸਾਡੇ ਨਾਲ ਹੈ। And we thank you ਅਸੀਂ ਤੁਹਾਡਾ ਧੰਨਵਾਦ that, ਕਰਦੇ ਹਾਂ। Lord, you protect your people. ਪ੍ਰਭੂ ਆਪਣੇ ਲੋਕਾਂ ਨੂੰ ਬਚਾ ਕੇ ਰੱਖ। So help us, Lord, to overcome our fears, ਪ੍ਰਭੂ ਸਾਡੀ ਮਦਦ ਕਰਕੇ ਅਸੀਂ ਆਪਣੇ ਡਰਾਂ ਦੇ ਉੱਤੇ ਜਿੱਤ ਪਾਈਏ। to maybe start taking small steps ਹੋ ਸਕੇ ਕਿ ਹਾਂ ਕਿ ਅਸੀਂ ਛੋਟੇ ਛੋਟੇ ਕਦਮ ਚੱਕੀਏ to do things that fear often stops us from doing. ਜਿਹੜੀ ਡਰ ਨੇ ਸਾਨੂੰ ਉਹ ਕਦਮ ਚੱਕਣ ਤੋਂ ਡਰਾਇਆ ਹੋਇਆ ਹੈ, ਅਸੀਂ ਉਹ ਕਦਮ ਚੱਕੀਏ ਤਾਂ ਕਿ ਅਸੀਂ ਡਰ ਦੇ ਉੱਤੇ ਜਿੱਤ ਪਾ ਸਕੀਏ। And maybe start coming to church ਹੋ ਸਕਦਾ ਕਿ ਅਸੀਂ ਮੰਡਲੀ ਦੇ ਵਿੱਚ ਆਉਣਾ ਸ਼ੁਰੂ ਕਰੀਏ so that we can come and worship once again with God's people. ਤਾਂ ਕਿ ਅਸੀਂ ਮੰਡਲੀ 'ਚ ਆਈਏ, ਆ ਕੇ ਪਰਮੇਸ਼ਰ ਦੇ ਲੋਕਾਂ ਦੇ ਨਾਲ ਪ੍ਰਭੂ ਯੀਸ਼ੂ ਤੇਰੀ ਅਸੀਂ ਉਪਾਸਨਾ ਕਰ ਸਕੀਏ, And obey your commands. ਤੇਰੇ ਹੁਕਮਾਂ ਨੂੰ ਅਸੀਂ ਤੇਰੇ ਹੁਕਮਾਂ ਦੀ ਪਾਲਣਾ ਕਰ We ਸਕੀਏ। pray these things in Jesus' name. ਇਹ ਸਭ ਕੁਝ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। Amen. ਆਮੇਨ। Thank you for listening to this message. For further information, visit www.emmanuelhansworth.org.uk.